ਜੈ ਮਸੀਹ ਦੀ ਭੈਣਾਂ ਤੇ ਭਰਾਵੋ, ਮੈਰੀ ਕ੍ਰਿਸਮਸ ਤੁਹਾਨੂੰ ਸਾਰਿਆਂ ਨੂੰ। Jai Masidi, God bless you, brothers and sisters. Merry Christmas to all of you. ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਹਫ਼ਤਿਆਂ ਦੇ ਵਿੱਚ, ਇਹਨਾਂ ਮਹੀਨਿਆਂ ਦੇ ਵਿੱਚ ਆਪਾਂ ਪ੍ਰਭੂ ਤੇ ਭੈਣੋ ਸੈਲੀਬ੍ਰੇਟ ਕਰ ਰਹੇ ਹੈਗੇ ਆ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਦਿਨ ਤੇ ਪ੍ਰਭੂ ਯਿਸੂ ਮਸੀਹ ਜੀ ਦਾ ਆਉਣ ਦਿਨ। And in these days, months and years, we are celebrating Lord Jesus' coming and Lord Jesus' birthday. ਬਾਈਬਲ ਦੇ ਮੁਤਾਬਿਕ ਕੋਈ ਇੱਕ ਦਿਨ ਮੁਕਰਰ ਨਹੀਂ ਕੀਤਾ ਗਿਆ ਜਿਸ ਦਿਨ ਪ੍ਰਭੂ ਯਿਸੂ ਮਸੀਹ ਜੀ ਦਾ ਜਨਮ ਹੋਇਆ, ਦੱਸਿਆ ਗਿਆ ਹੋਵੇ, ਕਨਫਰਮ ਕੀਤਾ ਗਿਆ ਹੋਵੇ। ਸੋ ਤਾਂ ਹੀ ਪ੍ਰਭੂ ਤੇ ਭੈਣੋ ਆਪਾਂ ਹਰ ਦਿਨ ਉਹਨਾਂ ਦਾ ਆਉਣ ਦਿਨ ਮਨਾਉਂਦੇ ਹਾਂ ਤੇ ਉਹਨਾਂ ਦਾ ਜਨਮ ਦਿਨ ਵੀ ਮਨਾਉਂਦੇ ਹਾਂ ਕਿ ਮੁਕਤੀਦਾਤਾ ਆਏ ਸਾਨੂੰ ਬਚਾਉਣ ਦੇ ਵਾਸਤੇ। According to the Bible, there's no one day set to say that yes, that was the day when Lord Jesus Christ was born here. So that's why we are celebrating our Savior's coming every day. ਜਿਹੜੇ ਇਨਸਾਨ ਲੋਕ ਨੇ, ਹਾਂ ਉਹਨਾਂ ਦਾ ਜਨਮ ਦਿਨ ਇੱਕ ਦਿਨ ਮਨਾਇਆ ਜਾਂਦਾ ਆ, ਲੇਕਿਨ ਜਿਹੜਾ ਰੱਬ ਹੈਗਾ ਆ ਉਹਦਾ ਜਨਮ ਦਿਨ ਤਾਂ ਕਹਿ ਲਓ ਹਮੇਸ਼ਾ ਵਾਸਤੇ ਮਨਾਇਆ ਜਾਣਾ ਚਾਹੀਦਾ ਆ। ਯਾਨੀ ਕਿ ਜਦੋਂ ਰੱਬ ਬੰਦਾ ਬਣ ਕੇ ਧਰਤੀ ਤੇ ਆਇਆ ਉਹਦਾ ਆਉਣ ਦਿਨ ਜਿਹੜਾ ਆਪਾਂ ਮਨਾਉਂਦੇ ਹੈਗੇ ਆ ਹਰ ਦਿਨ ਮਨਾਉਣਾ ਚਾਹੀਦਾ। And yes, as a human being, we do have a birthday. So that one particular day we celebrate our birthday, but that's a human being's birthday. But God's birthday, let's say, we celebrate every day, that day when Lord God, He came to this earth as a baby. We celebrate it every day. ਹੁਣ ਜੇ ਦੇਖਿਆ ਜਾਵੇ ਕ੍ਰਿਸਮਸ ਦਾ ਅਸਲੀ ਸੁਨੇਹਾ ਕੀ ਹੈ? If we really pay attention to this, what is the real message of Christmas? ਜੇ ਤੁਸੀਂ ਪਰਮੇਸ਼ਰ ਦਾ ਵਚਨ ਪੜ੍ਹੋ ਬਾਈਬਲ ਦੇ ਵਿੱਚ, ਜਿੱਥੇ ਕ੍ਰਿਸਮਸ ਦੇ ਬਾਰੇ ਦੱਸਿਆ ਗਿਆ ਹੈਗਾ ਆ, ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਨ ਦੇ ਬਾਰੇ ਦੱਸਿਆ ਗਿਆ ਆ, ਜੇ ਤੁਸੀਂ ਧਿਆਨ ਦੇਵੋ ਉਹਨਾਂ ਪੈਸੇਜਸ ਦੇ ਉੱਤੇ ਤਾਂ ਤੁਹਾਨੂੰ ਉਹਦਾ ਐਗਜ਼ੈਕਟ ਤੇ ਰੀਅਲ ਜੈਨੂਇਨ message ਜਿਹੜਾ ਆ ਉਹ ਪਤਾ ਚੱਲ ਜਾਂਦਾ। And if you pay attention to the Bible and you see a particular verses where it talks about Christmas, talks about when Lord Jesus came to this earth, then you will find out the real meaning of Christmas, a genuine meaning of Christmas. ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਕੀ ਤੁਹਾਨੂੰ ਪਤਾ ਹੈਗਾ ਕਿ ਮੈਂ ਕ੍ਰਿਸਮਸ ਦਾ ਮਤਲਬ ਕੀ ਹੈ ਅਸਲ ਦੇ ਵਿੱਚ? And if I ask you, do you really know what's the meaning of Christmas? ਜਿਹੜਾ ਮੈਸੇਜ ਕ੍ਰਿਸਮਸ ਤੇ ਆਇਆ ਸੀਗਾ ਉਹ ਕਿਹੜਾ ਸੀ? And that the message that came on Christmas, what was that message? ਮੈਂ ਤੁਹਾਨੂੰ ਹਿੰਟ ਦੇਣਾ ਹੈ, ਐਂਜਲ ਜਿਹੜੇ ਸੀਗੇ, ਐਂਜਲ ਲੈ ਕੇ ਆਏ ਸੀਗੇ ਮੈਸੇਜ ਕ੍ਰਿਸਮਸ ਦੇ ਦੌਰਾਨ। ਕਿੰਨੀ ਦਫਾ ਜਿੰਨੀ ਵਾਰ ਵੀ ਕ੍ਰਿਸਮਸ ਦੇ ਦੌਰਾਨ ਕੋਈ ਐਂਜਲ ਪ੍ਰਗਟ ਹੋਇਆ ਜਾਂ ਐਂਜਲ ਪ੍ਰਗਟ ਹੋਏ ਨੇ, ਉਹਨਾਂ ਨੇ ਆ ਕੇ ਹਮੇਸ਼ਾ ਉਹੀ ਮੈਸੇਜ ਬਾਰ ਸ਼ੇਅਰ ਕੀਤਾ। And I'm going to give you a little hint. That is the angel or angels came and who brought that message. And in those times of the Christmas time, when you see so many times, different times when angels came, they practically shared that same message every time. ਹੁਣ ਸ਼ਾਇਦ ਤੁਸੀਂ ਸੋਚ ਰਹੇ ਹੋ ਕਿ ਪਾਸਟਰ ਜੀ ਐਂਜਲਸ ਜਿਹੜਾ ਮੈਸੇਜ ਲੈ ਕੇ ਆਏ ਸੀਗੇ ਉਹ ਇਹ ਸੀਗਾ ਵੀ ਮੁਕਤੀ ਦਾਤਾ ਪੈਦਾ ਹੋਇਆ ਹੈਗਾ ਆ ਜਿਹੜਾ ਤੁਹਾਨੂੰ ਤੁਹਾਡੇ ਪਾਪਾਂ ਤੋਂ ਬਚਾਵੇਗਾ, ਛੁਟਕਾਰਾ ਦੇਵੇਗਾ, ਇਹ ਮੈਸੇਜ ਹੈ ਕ੍ਰਿਸਮਸ ਦਾ। And you might say, Pastor Ji, the message of Christmas is that the Savior is born and then He's going to give you salvation or freedom from your sins. ਜਾਂ ਤੁਸੀਂ ਕਹਿ ਸਕਦੇ ਹੋ ਕਿ ਐਂਜਲਸ ਜਿਹੜੇ ਆਏ ਸੀਗੇ ਉਹਨਾਂ ਨੇ ਆਖਿਆ ਸੀਗਾ ਬਈ ਯਹੂਦੀਆਂ ਦਾ ਰਾਜਾ ਵੀ ਫਲਾਣੇ ਥਾਂ ਤੇ ਪੈਦਾ ਹੋਇਆ, ਵੀ ਜਾਓ ਜਾ ਕੇ ਦੇਖੋ ਵੀ ਯਹੂਦੀਆਂ ਦਾ ਰਾਜਾ ਪੈਦਾ ਹੋ ਗਿਆ ਹੈ। Or you might say the angels came and they said to people that, oh, the King of Jews is born, go and see, and maybe that's what you think the message is. ਜਾਂ ਤੁਸੀਂ ਕਹਿ ਸਕਦੇ ਹੈ ਕਿ ਵੀ ਐਂਜਲਸ ਆਏ ਸੀਗੇ, ਉਹਨਾਂ ਨੇ ਆ ਕੇ ਕਿਹਾ ਸੀਗਾ ਵੀ ਰੱਬ ਦੀ ਮਹਿਮਾ ਹੋਵੇ ਤੇ ਹੁਣ ਪਰਮੇਸ਼ਰ ਨੇ ਆਪਣੇ ਪੁੱਤਰ ਨੂੰ ਭੇਜ ਕੇ ਰੱਬ ਦੇ ਇਨਸਾਨ ਦੇ ਵਿੱਚ ਸ਼ਾਂਤੀ ਮੁਕਰਰ ਕਰਤੀ ਹੈ, ਵੀ ਇਹ ਮੈਸੇਜ ਹੈ ਕ੍ਰਿਸਮਸ ਦਾ। And then you might say the message of Christmas is that may God be glorified now that the Son of God has come here, that He's going to bring peace. You might think that's the message. 4 ਵਾਰ ਐਂਜਲਸ ਨੇ ਪਰਮੇਸ਼ਰ ਦੇ ਵਚਨ ਦੇ ਵਿੱਚ ਬਾਰ ਉਹੀ ਮੈਸੇਜ ਦਿੱਤਾ ਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਪੈਦਾ ਹੋਏ ਨੇ। And 4 times or again and again is the same message the angels have brought when Lord Jesus was born. Same message came again and again. ਸੋ ਆਓ ਦੇਖੀਏ
ਪਹਿਲੀ ਜਗ੍ਹਾ 'ਚ ਆਪਾਂ ਮੈਥਿਊ ਚੈਪਟਰ 1 ਵਰਸ 20 ਤੇ 21 ਦੇ ਵਿੱਚ ਦੇਖਾਂਗੇ ਵੀ ਜਿਹੜੇ ਐਂਜਲਸ ਆਏ ਸੀ ਆ ਕੇ ਉਹਨਾਂ ਨੇ ਕੀ ਮੈਸੇਜ ਦਿੱਤਾ ਸੀਗਾ ਵੀ ਕਿਹੜਾ ਮੈਸੇਜ ਲੈ ਕੇ ਆਏ ਸੀ And we're going to see in the book of Matthew, chapter 1, verse 21, and we're going to see when angels came, what message they brought for us. 20 ਤੇ 21 We're going to see Matthew 1, 20 and 21. Hanji. ਜੀ ਹਾਂ ਆਓ ਪਰ ਸੁਣੋ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗ ਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ, ਯੂਸਫ ਦਾਊਦ ਦੀ ਸੰਤਾਨ ਮਰੀਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ, ਕਿਉਂਕਿ ਜੋ ਕੁਝ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ। ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ, ਤੂੰ ਉਸ ਦਾ ਨਾਂ ਯਿਸੂ ਰੱਖਣਾ, ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। ਵਾਓ Amen. ਜਿਹੜਾ ਐਂਜਲ ਬਾਰ-ਬਾਰ ਮੈਸੇਜ ਲੈ ਕੇ ਆਇਆ ਸੀ ਕ੍ਰਿਸਮਸ ਤੇ ਉਹ ਇਹ ਸੀਗਾ ਨਾ ਡਰ। ਮਰੀਮ ਨੂੰ ਐਂਜਲ ਪ੍ਰਗਟ ਹੋਇਆ ਤੇ ਮਰੀਮ ਨੂੰ ਆ ਕੇ ਕਹਿੰਦਾ ਨਾ ਡਰ। ਜੋਸਫ ਨੂੰ ਐਂਜਲ ਪ੍ਰਗਟ ਹੋਇਆ ਤੇ ਜੋਸਫ ਨੂੰ ਕਹਿੰਦਾ ਨਾ ਡਰ। ਚਰਵਾਹਿਆਂ ਨੂੰ ਐਂਜਲ ਪ੍ਰਗਟ ਹੋਏ ਤੇ ਪਰਮੇਸ਼ਰ ਦੇ ਤੇ ਆ ਕੇ ਕਹਿੰਦੇ ਨਾ ਡਰ। ਜਿੰਨੀ ਵਾਰ ਵੀ ਕ੍ਰਿਸਮਸ ਤੇ ਐਂਜਲ ਪ੍ਰਗਟ ਹੋਏ ਨੇ ਉਹਨਾਂ ਨੇ ਆ ਕੇ ਸਭ ਤੋਂ ਪਹਿਲਾਂ ਆਹੀ ਆਖਿਆ ਵੀ ਨਾ ਡਰ। And as we see here, when the angels appeared to Joseph, they said to them, "Do not be afraid." When angels appeared to Mary, they said, "Do not be afraid." When they appeared to shepherds, they said the same thing. They said, "Do not be afraid." ਪ੍ਰਭੂ ਤੇ ਭੈਣੋ ਕ੍ਰਿਸਮਸ ਦਾ ਜਿਹੜਾ ਅਸਲ ਮੈਸੇਜ ਹੈ ਉਹ ਇਹ ਆ ਰੱਬ ਕਹਿ ਰਿਹਾ ਇਨਸਾਨ ਨੂੰ ਨਾ ਡਰ। And the meaning here in these verses, that God is telling people that do not be afraid. ਕਿਉਂ? ਹੁਣ ਤੁਸੀਂ ਕਹੋ ਪਾਸੇ ਜੀ ਇਹਦਾ ਪੁਰਾਣੇ ਨੇਮ 'ਚ ਵੀ ਲਿਖਿਆ ਆਇਆ ਲੇਕਿਨ ਇਹ ਕ੍ਰਿਸਮਸ ਦੇ ਨਾਲ ਕੀ ਇਹਦਾ ਸਮਝੌਤਾ ਹੈ ਕ੍ਰਿਸਮਸ ਦੇ ਨਾਲ ਕਿੱਦਾਂ ਜੋੜ ਸਕਦੇ ਹਾਂ ਆਪਾਂ? And you might say, well, Pastor G, it's also saying in the Old Testament, how can we put this together with Christmas? ਪਰਮੇਸ਼ਰ ਆਪਣੇ ਪੁੱਤਰ ਨੂੰ ਭੇਜਦਾ ਆ ਤੇ ਜਿਉਂ ਉਹਦਾ ਪੁੱਤਰ ਧਰਤੀ ਤੇ ਜਾਂਦਾ ਹੈ ਤੇ ਉਹ ਇਨਸਾਨ ਨੂੰ ਕਹਿੰਦਾ ਰੱਬ ਨਾ ਡਰ ਕਿਉਂਕਿ ਮੈਂ ਆਪਣੇ ਪੁੱਤਰ ਨੂੰ ਭੇਜ ਦਿੱਤਾ ਹੈ। And God Father is sending his son to this earth, and when he's son, he's telling the people, do not be afraid, I am sending my son to you. ਸੋ ਪ੍ਰਭੂ ਤੇ ਭੈਣੋ ਅੱਜ ਜੇ ਕੋਈ ਡਰ ਤੁਹਾਡੇ ਨੇੜੇ ਚਲਾਉਣਾ ਚਾਹੁੰਦਾ ਮੈਂ ਤੈਨੂੰ ਕਹਿੰਦਾ ਵੀ ਨਾ ਡਰ ਭੈਣ ਭਰਾ ਨਾ ਡਰ ਕਿਉਂਕਿ ਪਰਮੇਸ਼ਰ ਦਾ ਪੁੱਤਰ ਆ ਕੇ ਆਇਆ ਪ੍ਰਭੂ ਯਿਸੂ ਮਸੀਹ ਜੀ ਆ ਗਏ ਨੇ। ਹੁਣ ਪ੍ਰਭੂ ਯਿਸੂ ਮਸੀਹ ਜੀ ਤੈਨੂੰ ਐਸੀ ਹਿੰਮਤ ਦੇਣਗੇ ਤੈਨੂੰ ਐਸੀ ਦਿਲਰੀ ਦੇਣਗੇ ਤਾਂ ਕਿ ਡਰ ਤੇਰੀ ਜ਼ਿੰਦਗੀ ਤੋਂ ਦੂਰ ਹੋ ਜਾਵੇ। And now, brothers and sisters, if there is any fear around you, if you're afraid of something, I'm telling you that God is telling you today, do not be afraid. He says that he has sent his son, Lord Jesus Christ, to you to give you strength. Amen. ਜਿਸ ਤਰ੍ਹਾਂ ਸਦਰਕ ਮਿਸ਼ਕ ਤੇ ਅਬਦਨੇਗੋ ਉਸ ਅੱਗ ਦੀ ਭੱਠੀ ਦੇ ਵਿੱਚੋਂ ਦੀ ਬਚ ਕੇ ਬਾਹਰ ਨਿਕਲ ਗਏ ਸੀ ਪ੍ਰਭੂ ਤੇ ਭੈਣੋ ਆਪਾਂ ਵੀ ਇਸ ਕਰੋਨਾ ਦੀ ਹਵਾ ਤੇ ਕਰੋਨਾ ਦੀ ਸਿਚੁਏਸ਼ਨ ਤੋਂ ਬਚ ਕੇ ਬਾਹਰ ਨਿਕਲ ਜਾਵਾਂਗੇ ਕਿਉਂਕਿ ਰੱਬ ਆਪਣੇ ਨਾਲ ਆ ਇਮੈਨੂਅਲ ਆਪਣੇ ਨਾਲ ਆ ਪ੍ਰਭੂ ਯਿਸੂ ਮਸੀਹ ਜੀ ਆਪਣੇ ਨਾਲ ਨੇ। And just like those three brave men, Shadrach, Meshach, and Abednego, came out of that fiery furnace, the same way these times of corona, we too, with the help of God, will come out of this. ਮੈਨੂੰ ਨਹੀਂ ਪਤਾ ਕਿਹੜੇ ਪਾਸੇ ਕਹੀਂ ਸੁਣਿਆ ਕਿ ਕਹਿੰਦੇ ਪਤਾ ਨਹੀਂ ਕਿਹੜੇ ਦੇਸ਼ ਦੇ ਵਿੱਚ ਕਹਿੰਦੇ ਕਰੋਨਾ ਦਾ ਬਰਥਡੇ ਮਨਾਇਆ ਜਾ ਰਿਹਾ ਕਿਉਂਕਿ ਉਹਨੂੰ 1 ਸਾਲ ਪੂਰਾ ਹੋ ਗਿਆ। ਅਸੀਂ ਕਰੋਨਾ ਦਾ ਬਰਥਡੇ ਨਹੀਂ ਮਨਾ ਰਹੇ, ਅਸੀਂ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਨ ਮਨਾ ਰਹੇ ਹਾਂ ਤੇ ਆਉਣ ਦਿਨ ਮਨਾ ਰਹੇ ਹਾਂ ਤੇ ਜਿਉਂ ਪ੍ਰਭੂ ਯਿਸੂ ਮਸੀਹ ਆਪਣੇ ਨਾਲ ਨੇ ਆਪਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਗੀ ਕਿਉਂਕਿ ਕਿਸੇ ਤਰ੍ਹਾਂ ਦਾ ਵੀ ਕੋਈ ਕਰੋਨਾ ਜਾਂ ਕੋਈ ਹੋਰ ਚੀਜ਼ ਆਪਾਂ ਨੂੰ ਟੱਚ ਨਹੀਂ ਕਰ ਸਕਦੀ। ਪਰਮੇਸ਼ਰ ਅੱਜ ਤੈਨੂੰ ਇਹੀ ਕਹਿ ਰਿਹਾ ਕ੍ਰਿਸਮਸ ਟਾਈਮ ਦੀ ਕਿ ਨਾ ਡਰ। And I don't know, I heard somewhere somebody was saying that in some country they are celebrating 1 year of corona because it's been a year now. So we are not to celebrate that. We are rejoicing, celebrating birthday and coming of Lord Jesus Christ here. And I want to tell you that in this Christmas, God is telling you, do not be afraid. I am with you. ਜਦੋਂ ਕ੍ਰਿਸਮਸ ਮਨਾਉਂਦੇ ਆ ਸਭ ਤੋਂ ਪਹਿਲੀ ਚੀਜ਼ ਜਿਹੜੀ ਤੁਹਾਨੂੰ ਛੱਡ ਕੇ ਭੱਜਦੀ ਆ ਉਹ ਹੈ ਡਰ। And when we are celebrating Christmas, the very first thing that leaves you is fear. ਕਿਉਂ? Why? ਰੱਬ ਸਾਡੇ ਨਾਲ ਹੈ। It says God with us. ਤੇ ਜੇ ਰੱਬ ਸਾਡੇ ਨਾਲ ਆ ਪ੍ਰਭੂ ਤੇ ਭੈਣੋ
ਤਾਂ ਕਿਸੇ ਚੀਜ਼ ਦਾ ਡਰ ਤੈਨੂੰ ਟੱਚ ਨਹੀਂ ਕਰ ਸਕਦਾ, ਤੈਨੂੰ ਛੂ ਨਹੀਂ ਸਕਦਾ, ਤੇਰੇ ਨੇੜੇ ਨਹੀਂ ਆ ਸਕਦਾ, ਤੈਨੂੰ ਪਰੇਸ਼ਾਨ ਨਹੀਂ ਕਰ ਸਕਦਾ, ਕਿਉਂਕਿ ਪਰਮੇਸ਼ਰ ਤੇਰੀ ਪ੍ਰੋਟੈਕਸ਼ਨ ਆ ਮੇਰੇ ਭਰਾ, ਮੇਰੇ ਭੈਣ। And if God is with us, with you, brother and sister, nothing, no fear can come close to you. Nothing can bother you that way spiritually. If God is with you, brother and sister, you are strong in Him. ਹੋ ਸਕਦਾ ਕਿ ਫਾਈਨੈਂਸ਼ੀਅਲ ਪ੍ਰੈਸ਼ਰ ਤੇਰੇ ਉੱਤੇ ਹੋਵੇ ਤਾਂ ਤੈਨੂੰ ਤਾਂ ਡਰ ਆ ਰਿਹਾ ਹੋਵੇ, ਜਾਂ ਹੋ ਸਕਦਾ ਕਿ ਤੁਹਾਡੀਆਂ ਜ਼ਿੰਦਗੀ ਦੇ ਵਿੱਚ ਕੋਈ ਫੈਮਿਲੀ ਸਿਚੁਏਸ਼ਨ ਹੋਵੇ ਤੁਹਾਨੂੰ ਤਾਂ ਡਰ ਆ ਰਿਹਾ ਹੋਵੇ, ਲੇਕਿਨ ਹੋ ਸਕਦਾ ਕਿ ਕੋਈ ਫਿਜ਼ੀਕਲ ਤੌਰ 'ਤੇ ਤੁਸੀਂ ਕਮਜ਼ੋਰ ਹੋਵੇ ਤਾਂ ਤੁਹਾਨੂੰ ਤਾਂ ਡਰ ਆ ਰਿਹਾ ਹੋਵੇ, ਜੋਬ ਹੈ ਨਹੀਂ ਤਾਂ ਡਰ ਰਹੇ ਹੋ, ਖਾਣ ਨੂੰ ਕੀ ਮਿਲੇਗਾ ਤਾਂ ਡਰ ਰਹੇ ਹੋ, ਲੇਕਿਨ ਭਰਾਵੋ ਤੇ ਭੈਣੋ ਕਿਸੇ ਤਰ੍ਹਾਂ ਦਾ ਵੀ ਡਰ ਤੈਨੂੰ ਛੂ ਨਹੀਂ ਸਕਦਾ, ਕਿਉਂਕਿ ਤੁਸੀਂ ਕ੍ਰਿਸਮਸ ਮਨਾ ਰਹੇ ਹੋ ਅਤੇ ਪਰਮੇਸ਼ਰ ਦੀ ਹਜ਼ੂਰੀ ਤੇਰੇ ਨਾਲ ਆ, ਪਰਮੇਸ਼ਰ ਤੇਰੇ ਨਾਲ ਹੈ। And it is very possible that you are in fear, you're afraid of some financial situation you're going through, some family issues or physical sickness or job, or you're wondering what to eat. And all those things is possible. But I want to tell you that because God is with you, you cannot be afraid, because God is protecting you. He's going to be strengthening you and put you through or take you through everything. ਮੈਂ ਤੁਹਾਡੇ ਨਾਲ 3 ਚੀਜ਼ਾਂ ਸ਼ੇਅਰ ਕਰਨਾ ਚਾਹੁੰਦਾ ਹਾਂ ਜਿਸ ਕਰਕੇ ਪਰਮੇਸ਼ਰ ਤੈਨੂੰ ਕਹਿ ਰਿਹਾ ਆ ਨਾ ਡਰ। And I want to share 3 things with you that for the reason that God is telling you do not be afraid. ਕਿਉਂਕਿ ਪ੍ਰਭੂ ਯਿਸੂ ਮਸੀਹ ਦਾ ਜਨਮ ਸ਼ੋ ਕਰ ਰਿਹਾ ਆ ਰੱਬ ਦੇ ਮਕਸਦ ਨੂੰ। Because Lord Jesus' birth is showing the purpose of God, the mission of God. ਜਦੋਂ ਤੂੰ ਉਸ ਮਕਸਦ ਨੂੰ ਜਾਣ ਲਿਆ, ਪਰਪਸ ਨੂੰ ਜਾਣ ਲਿਆ, ਆਟੋਮੈਟਿਕਲੀ ਤੇਰੇ ਵਿੱਚ ਕੋਈ ਡਰ ਨਹੀਂ ਰਹੇਗਾ, ਕਿ ਤੈਨੂੰ ਪਤਾ ਹੈ ਕਿ ਇਹਦੇ ਪਿੱਛੇ ਪਰਮੇਸ਼ਰ ਦਾ ਪਰਪਸ ਆ, ਤੈਨੂੰ ਡਰਨ ਦੀ ਕੋਈ ਲੋੜ ਨਹੀਂ, ਸਭ ਠੀਕ ਹੋ ਜਾਵੇਗਾ। When you get to know the purpose behind Christmas, behind of Lord Jesus is coming, then you will have no fear in you, because you will know that everything will be okay once you know God's purpose. ਯਹੂਦੀਆਂ ਦੇ ਵਿੱਚ ਜਿਹੜੀ ਮੈਰਿਜ ਹੁੰਦੀ ਸੀਗੀ ਉਹਦੇ 3 ਹਿੱਸੇ ਹੁੰਦੇ ਸੀਗੇ। And when Jewish people used to get married, there used to be 3 parts of it. ਪਹਿਲੀ ਇੰਗੇਜਮੈਂਟ ਹੁੰਦੀ ਸੀਗੀ, First engagement, ਦੂਸਰੀ ਬੈਥਰੋਹਲ ਹੁੰਦਾ ਸੀ, ਯਾਨੀ ਕਿ ਜਿਹੜਾ ਸਮਾਂ ਇੰਗੇਜਮੈਂਟ ਤੇ ਮੈਰਿਜ ਦੇ ਵਿਚਾਰਲਾ ਸਮਾਂ ਹੈ। and there's a special period that they celebrate between engagement and marriage, so that was the second period. ਤੇ ਤੀਸਰੇ ਨੰਬਰ ਤੇ ਮੈਰਿਜ। And of course third is the marriage. ਹੁਣ ਤੁਸੀਂ ਸੋਚੋ ਵੀ ਜੋਸਫ ਦੀ ਮੰਗਣੀ ਹੋ ਗਈ ਸੀਗੀ ਮਰੀਮ ਦੇ ਨਾਲ। And now just think about it. Joseph was engaged to Mary. ਲੇਕਿਨ ਉਹ ਤੋਂ ਬਾਅਦ ਮਰੀਮ ਜਿਹੜੀ ਸੀ ਉਹ ਆਪਣੇ ਮਾਤਾ ਪਿਤਾ ਦੇ ਘਰ ਦੇ ਵਿੱਚ ਹੀ ਠਹਿਰੀ ਸੀ ਤਕਰੀਬਨ 1 ਸਾਲ ਦੇ And ਵਾਸਤੇ। after that, Mary was staying at their parents' house almost for a year period. ਜਦੋਂ ਵਿਆਹ ਦਾ ਟਾਈਮ ਨੇੜੇ ਆ ਰਿਹਾ ਸੀਗਾ, When the time of marriage was coming closer, ਉਹ ਤੋਂ ਪਹਿਲਾਂ ਹੀ ਪਤਾ ਚੱਲਿਆ ਜੋਸਫ ਨੂੰ and Joseph found out just before that ਕਿ ਜਿਹੜੀ ਮਾਤਾ ਮਰੀਮ ਆ ਉਹ ਗਰਭਵਤੀ ਹੈ। that Mary is expecting. ਹੁਣ ਮਰੀਮ ਨੇ ਦੱਸਿਆ ਹੋਏਗਾ ਜੋਸਫ ਨੂੰ ਜੋ ਕੁਝ ਵੀ ਹੋਇਆ, And Mary probably told Joseph everything, whatever happened with her. ਕਿਸ ਤਰ੍ਹਾਂ ਪਰਮੇਸ਼ਰ ਦੇ ਦੂਤ ਨੇ ਆ ਕੇ ਉਹਨੂੰ ਸੁਨੇਹਾ ਦਿੱਤਾ ਤੇ ਕਿਸ ਤਰ੍ਹਾਂ ਪਰਮੇਸ਼ਰ ਦੀ ਹਜ਼ੂਰੀ ਮਾਤਾ ਮਰੀਮ ਤੇ ਛਾਈ ਤੇ ਮਾਤਾ ਮਰੀਮ ਦੇ ਗਰਭ ਦੇ ਵਿੱਚ ਰੱਬ ਨੇ ਆ ਕੇ ਬੰਦੇ ਦਾ ਰੂਪ ਧਾਰ ਲਿਆ। And how the angel came and brought the message, and how the Holy Spirit overshadowed Mary, and how God himself as a little baby came in Mary's womb. ਲੇਕਿਨ ਜਦੋਂ ਜੋਸਫ ਨੂੰ ਦੱਸਿਆ ਮਰੀਮ ਨੇ, ਤੇ ਇਨਸਾਨ ਹੋਣ ਦੇ ਨਾਤੇ ਤੇ ਨਾਲੇ ਮੰਗੇਤਰ ਹੋਣ ਦੇ ਨਾਤੇ ਉਹਨੂੰ ਸ਼ੱਕ ਤਾਂ ਆਉਂਦੀ ਹੋਏਗੀ ਬਹੁਤ ਸਾਰੀ ਵੀ ਉਹ ਗਰਭਵਤੀ ਆ। ਪਹਿਲਾਂ ਇਦਾਂ ਦਾ ਕੇਸ ਕਦੇ ਵੀ ਨਹੀਂ ਹੋਇਆ ਸੀਗਾ, ਨਾ ਹੀ ਬਾਅਦ 'ਚ ਕਦੇ ਇਦਾਂ ਦਾ ਕੇਸ ਹੋਇਆ ਵੀ ਕੋਈ ਕੁਆਰੀ ਗਰਭਵਤੀ ਹੋ ਜਾਵੇ। And of course, when Mary told Joseph, and he, I'm sure, had doubts in his mind, because this is something that never had happened before, that by the Holy Spirit somebody has been conceived, and never happened again. And I'm sure Joseph was in doubt. ਤੇ ਬਚਨ ਆਖਦਾ ਹੈ ਕਿ ਜੋਸਫ ਚੰਗਾ ਇਨਸਾਨ ਸੀਗਾ ਤੇ ਉਹ ਮਰੀਮ ਨੂੰ ਬੇਇੱਜ਼ਤ ਨਹੀਂ ਕਰਨਾ ਚਾਹੁੰਦਾ ਸੀਗਾ, ਕਿਉਂਕਿ ਜੇ ਪਬਲਿਕਲੀ ਬੇਇੱਜ਼ਤੀ ਕਰਦਾ ਆ ਉਹਦੀ,
ਉਹਨੂੰ ਬੇਇੱਜ਼ਤ ਕਰਦਾ ਆ ਤੇ ਉਹ ਪੱਥਰਾਂ ਦੇ ਨਾਲ ਉਹਨਾਂ ਦਾ ਹੁਕਮ ਸੀਗਾ ਕਾਨੂੰਨ ਸੀ ਕਿ ਪੱਥਰਾਂ ਦੇ ਨਾਲ ਉਹਨੂੰ ਮਾਰ ਦਿੱਤਾ ਜਾਂਦਾ ਸੀਗਾ And ਲੇਕਿਨ ਉਹਨੇ ਡਿਸਾਈਡ ਕੀਤਾ ਕਿ ਸੀਕ੍ਰੀਟਲੀ ਹੀ ਉਹ ਡਿਵੋਰਸ ਦੇ ਦੇਵੇਗਾ And the Bible tells us that Joseph was a nice man. He did not want to embarrass Mary in front of everyone. He did not want to make a big commotion, a scandal about whatever is going on. So he decided, because if he would have said to people, then according to the law, they would have stoned Mary to death. And that's why he decided secretly to divorce her. ਸੋ ਇੱਕ ਰਾਤ ਹਜੇ ਉਹ ਸੋਚ ਰਿਹਾ ਸੀਗਾ ਮਨ ਦੇ ਵਿੱਚ ਡਿਸਾਈਡ ਕਰਨ ਜਾ ਰਿਹਾ ਸੀਗਾ ਉਹ ਸੋਚ ਰਿਹਾ ਸੀਗਾ ਤੇ ਮੈਂ ਡਿਸੀਜਨ ਉਠਾਵਾਂ ਸ਼ਾਇਦ ਉਸ ਰਾਤ ਉਹਨੇ ਡਿਸੀਜਨ ਉਠਾਉਣਾ ਸੀਗਾ ਵੀ ਉਹ ਸੈਪਰੇਟ ਹੋ ਜਾਵੇਗਾ ਜਾਂ ਛੱਡ ਦੇਵੇਗਾ ਮਰੀਮ ਨੂੰ ਸੋ ਉਸ ਰਾਤ ਸੁਪਨੇ ਦੇ ਵਿੱਚ ਪਰਮੇਸ਼ਵਰ ਦੇ ਇੱਕ ਦੂਤ ਨੇ ਆ ਕੇ ਆਖਿਆ ਜੋਸਫ ਨੂੰ ਕਿ ਨਾ ਡਰ And at the time, maybe a day before or 2 days before, he was just thinking and wondering what to do, how to do, and all that. But that night, an angel of God came in Joseph's dream, and he said to Joseph, "Do not be afraid." ਬਾਈਬਲ ਦਾ ਪਰਮੇਸ਼ਵਰ ਜਿਹੜਾ ਆ ਸੁਪਨਿਆਂ ਦੇ ਵਿੱਚ ਵੀ ਗੱਲਬਾਤ ਕਰਦਾ ਹੈ ਤੇ ਬਾਈਬਲ ਦੇ ਵਿੱਚ ਤਕਰੀਬਨ 122 ਦਫਾ ਪਰਮੇਸ਼ਵਰ ਨੇ ਤੇ ਉਹਦੇ ਦੂਤਾਂ ਨੇ ਆ ਕੇ ਲੋਕਾਂ ਦੇ ਨਾਲ ਸੁਪਨਿਆਂ ਦੇ ਵਿੱਚ ਗੱਲਬਾਤ ਕੀਤੀ And our God, a God of Bible, also talked to people through their dreams. In the Bible, almost 122 times, either God himself or the angels talk to their people through their dreams. ਸੋ ਪ੍ਰਭੂ ਮੈਨੂੰ ਇੱਥੇ ਆਪਾਂ ਪੜ੍ਹ ਰਹੇ ਹੈਗੇ ਹਾਂ ਦੁਬਾਰਾ ਪੜਾਂਗੇ ਮੈਥਿਊ ਚੈਪਟਰ 1 ਵਰਸ 20-21 ਦੇ ਵਿੱਚ ਦੇਖਾਂਗੇ ਕਿ ਪਰਮੇਸ਼ਵਰ ਨੇ ਆ ਕੇ ਆਖਿਆ ਜੋਸਫ ਨੂੰ ਸੁਪਨੇ ਦੇ ਵਿੱਚ ਨਾ ਡਰ ਕਿਉਂਕਿ ਇਸ ਬੱਚੇ ਦੇ ਜਨਮ ਥਾਈਂ ਦੀ ਇੱਕ ਪਰਮੇਸ਼ਵਰ ਦਾ ਬਹੁਤ ਖਾਸ ਮਕਸਦ ਆ ਤੇਰੀ ਜ਼ਿੰਦਗੀ ਦੇ ਵਾਸਤੇ ਬੱਚੇ ਦੇ ਵਾਸਤੇ ਤੇ ਸਾਰੀ ਦੁਨੀਆ ਦੇ ਵਾਸਤੇ And we're going to read this again, Matthew chapter 1 verse 20 and 21, how the angel came to Joseph and he told him, do not be afraid that the baby will be born through Mary, and there's a purpose of God for you, your life, and for the whole world through this baby. ਆਓ ਪੜ੍ਹੀਏ Yes, let's read. Amen. ਹਾਂਜੀ ਪਰ ਅਜੇ ਉਹ ਇਸ ਮਾਮਲੇ ਬਾਰੇ ਸੋਚ ਵਿਚਾਰ ਹੀ ਕਰ ਰਿਹਾ ਸੀ ਕਿ ਪ੍ਰਭੂ ਦੇ ਇੱਕ ਸਵਰਗ ਦੂਤ ਨੇ ਉਸ ਨੂੰ ਸੁਪਨੇ ਵਿੱਚ ਦਰਸ਼ਨ ਦੇ ਕੇ ਕਿਹਾ ਯੂਸਫ ਦਾਊਦ ਦੀ ਸੰਤਾਨ ਮਰੀਅਮ ਨੂੰ ਆਪਣੀ ਪਤਨੀ ਬਣਾਉਣ ਤੋਂ ਨਾ ਡਰ ਕਿਉਂਕਿ ਜੋ ਕੁਝ ਉਸ ਦੀ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਵੱਲੋਂ ਹੈ ਉਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਤੂੰ ਉਸ ਦਾ ਨਾਂ ਯਿਸੂ ਰੱਖਣਾ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਮਕਸਦ ਆ ਗਿਆ ਇੱਥੇ ਪਰਪਸ ਬਿਆਨ ਕਰਤਾ ਆ ਕੇ ਇੱਥੇ ਜੋਸਫ ਨੂੰ ਪਰਪਸ ਬਿਆਨ ਕਰਤਾ ਆ ਕੇ ਦੂਤ ਨੇ ਸੁਪਨੇ ਦੇ ਵਿੱਚ And it's the God's purpose was revealed to Joseph in his dream. ਮਰੀਮ ਨੂੰ ਨਹੀਂ ਪਰਪਸ ਬਿਆਨ ਕੀਤਾ ਗਿਆ ਸੀ Mary didn't know the purpose. The angel didn't tell the purpose. ਜੋਸਫ ਨੂੰ ਆ ਕੇ ਬਿਆਨ ਕੀਤਾ But Joseph was told the purpose of a baby's coming. ਮੈਥਿਊ ਚੈਪਟਰ 20-28 ਵੀ ਦੇਖਾਂਗੇ ਆਪਾਂ We're also going to see Matthew chapter 20 verse 28. ਜਿਹਦੇ ਵਿੱਚ ਜਾ ਕੇ ਖੁਦ ਪ੍ਰਭੂ ਯਿਸੂ ਮਸੀਹ ਜੀ ਨੇ ਖੁਦ ਆਪ ਵੀ ਉਸ ਪਰਪਸ ਨੂੰ ਬਿਆਨ ਕੀਤਾ ਜਿਸ ਪਰਪਸ ਵਾਸਤੇ ਉਹ ਆਏ ਸੀ ਜਿਹਨਾਂ ਨੇ ਜਨਮ ਲਿਆ ਤੇ ਸਲੀਬ ਤੇ ਚੜੇ ਤੇ ਮਾਰੇ ਗਏ ਜਿਸ ਕਾਰਨ ਵਾਸਤੇ ਆਏ ਸੀ ਜਿਸ ਕਾਰਨ ਪਰਮੇਸ਼ਰ ਦਾ ਪੁੱਤਰ ਇਸ ਦੁਨੀਆ ਤੇ ਆਇਆ ਜਿਸ ਕਾਰਨ ਆਪਾਂ ਕ੍ਰਿਸਮਸ ਮਨਾਉਂਦੇ ਹਾਂ ਪ੍ਰਭੂ ਤੇ ਆਪਣਾ ਉਹ ਪਰਪਸ ਕ੍ਰਿਸਮਸ ਦੇ ਵਿੱਚ ਇੱਕ ਪਰਪਸ ਆ ਉਹ ਪਰਪਸ ਇਹ ਆ ਕਿ ਪਰਮੇਸ਼ਰ ਨੇ ਆਪਣੇ ਲੋਕਾਂ ਨੂੰ ਬਚਾ ਲਿਆ ਬਚਾਉਣ ਵਾਸਤੇ ਆਇਆ ਸੀ And then in Matthew 20 verse 28 we will also see that how Lord Jesus Christ himself is revealing, telling the purpose of his coming, that there's a purpose behind Christmas, why Lord Jesus came to this earth. There's a purpose that he came to save his people. ਆਓ ਪੜ੍ਹੀਏ Let's read Matthew chapter 20 verse 28. ਹਾਂਜੀ ਮਨੁੱਖ ਦਾ ਪੁੱਤਰ ਵੀ ਇਸ ਤਰ੍ਹਾਂ ਸੇਵਾ ਕਰਾਉਣ ਲਈ ਨਹੀਂ ਆਇਆ ਉਹ ਸੇਵਾ ਕਰਨ ਅਤੇ ਬਹੁਤਿਆਂ ਲੋਕਾਂ ਦੀ ਮੁਕਤੀ ਦਾ ਮੁੱਲ ਚੁਕਾਉਣ ਦੇ ਲਈ ਆਪਣੀ ਜਾਨ ਦੇਣ ਦੇ ਲਈ ਆਇਆ ਹੈ ਵਾਓ ਪ੍ਰੇਜ਼ ਦ ਲਾਰਡ ਹਾਲੇਲੂਇਆ Amen. Hallelujah.
ਉਹ ਆਪਣੀ ਜਾਨ ਦੇਣ ਵਾਸਤੇ ਆਇਆ ਹੈ, ਪਾਪਾਂ ਦਾ ਮੁੱਲ ਚੁਕਾਉਣ ਵਾਸਤੇ ਆਇਆ ਹੈ। ਪ੍ਰਭੂ ਯਿਸੂ ਮਸੀਹ ਨੇ ਖੁਦ ਆਖਿਆ, ਇਹੀ ਕ੍ਰਿਸਮਸ ਦਾ ਸੁਨੇਹਾ ਭਰਾਵੋ ਤੇ ਭੈਣੋ ਜੋਸਫ ਨੂੰ ਦੂਤ ਨੇ ਸੁਪਨੇ ਵਿੱਚ ਦਿੱਤਾ। And as the word says, just as the Son of Man did not come to be served, but to serve and to give his life as a ransom of many. So this is the purpose that why the Son of Man came to this earth, and this is the same message that Joseph got in his dream. ਲੂਕ 19:10 ਵਿੱਚ ਦੇਖਾਂਗੇ। We're going to see also in Luke 19 verse 10. ਹੁਣ ਪ੍ਰਭੂ ਦੇ ਭੈਣੋ ਕੋਈ ਤੁਹਾਨੂੰ ਪੁੱਛ ਸਕਦਾ ਹੈਗਾ ਬਾਹਰ ਵੀ ਤੁਸੀਂ ਕ੍ਰਿਸਮਸ ਕਾਹਤੋਂ ਮਨਾਉਂਦੇ ਹੈਗੇ। And it is very possible somebody can ask you, why are you celebrating Christmas, brothers and sisters? ਤੁਸੀਂ ਉੱਥੇ ਦੱਸ ਸਕਦੇ ਹੋ ਵੀ ਕ੍ਰਿਸਮਸ ਦੇ ਵਿੱਚ ਤਿੰਨ ਖਾਸ ਸੁਨੇਹੇ ਨੇ ਕ੍ਰਿਸਮਸ ਦੇ। ਜਿਹੜਾ ਪਹਿਲਾ ਸੁਨੇਹਾ ਇਹ ਹੈ ਵੀ ਕ੍ਰਿਸਮਸ ਥਾਈਂਦੀ ਪ੍ਰਭੂ ਯਿਸੂ ਮਸੀਹ ਦੇ ਜਨਮ ਥਾਈਂਦੀ ਆਪਾਂ ਨੂੰ ਰੱਬ ਦਾ ਪਰਮੇਸ਼ਰ ਦਾ ਜਿਹੜਾ ਮਕਸਦ ਹੈ ਇਨਸਾਨ ਦੇ ਨਾਲ ਉਹਦਾ ਪਤਾ ਚੱਲਦਾ ਆ। So you can tell ਕਿ ਉਹ them, ਮਕਸਦ ਕੀ ਹੈ ਕਿ ਉਹ ਸਾਡੇ ਪਾਪਾਂ ਨੂੰ ਮਿਟਾਉਣ ਵਾਸਤੇ and ਆਇਆ। you can tell them there are three reasons. And first one is that Lord Jesus came on this earth and he brought a purpose. There's a purpose that he brought with him when he came to this. What is the purpose? That he came to save his people. That's the first point. ਹੁਣ ਜੋਸਫ ਨੇ ਜਦੋਂ ਇਹ ਡ੍ਰੀਮ ਦੇਖਿਆ ਉਹਨੂੰ ਪਤਾ ਚੱਲਿਆ ਲੈ ਵੀ ਇੱਕ ਮਕਸਦ ਆ ਇਹ ਸਾਰੀ ਦੁਨੀਆ ਦੇ ਵਾਸਤੇ, ਲੈ ਵੀ ਇੱਕ ਬਹੁਤ ਵੱਡਾ ਮਕਸਦ ਆ ਰੱਬ ਦਾ, ਬਈ ਐਡਾ ਵੱਡਾ ਮਕਸਦ ਆ ਰੱਬ ਦਾ ਇਹ ਸਾਰੀ ਦੁਨੀਆ ਦੇ ਵਾਸਤੇ, ਦੁਨੀਆ ਨੂੰ ਬਚਾਉਣ ਦੇ ਵਾਸਤੇ, ਉਹਦੇ ਪਾਪਾਂ ਨੂੰ ਮਿਟਾਉਣ ਦੇ ਵਾਸਤੇ। ਵਾਓ, ਐਡਾ ਵੱਡਾ ਮਕਸਦ। ਮੈਂ ਸੋਚ ਸਕਦਾ ਹਾਂ ਕਿ ਜੋਸਫ ਪ੍ਰੋਬਬਲੀ ਉੱਥੇ ਸ਼ਾਂਤੀ ਦੇ ਨਾਲ ਆਰਾਮ ਦੇ ਨਾਲ ਸੌਂ ਗਿਆ ਹੋਏਗਾ, ਡਰ ਡੁਰ ਕਿਧਰੇ ਗਿਆ ਹੋਣਾ, ਕਿਉਂਕਿ ਐਡਾ ਵੱਡਾ ਪਰਪਸ ਆ ਦੇ ਪਿੱਛੇ ਤੇ ਪਰਮੇਸ਼ਰ ਫਿਰ ਆਪੇ ਸੰਭਾਲੂਗਾ ਸਾਰੀ ਸਿਚੁਏਸ਼ਨ ਨੂੰ। And I'm pretty sure when Joseph heard that in his dream, that angels told him that such a big purpose there is for this baby to be coming, that he is going to save his people. And I can imagine how Joseph, once he received this message, he was in peace and he went to sleep peacefully after. ਜੋਸਫ ਨੇ ਧੰਨਵਾਦ ਕੀਤਾ ਹੋਏਗਾ ਸੱਚੇ ਪਰਮਾਤਮਾ ਦਾ ਕਿ ਉਹਦੀ ਜ਼ਿੰਦਗੀ ਕਿਸੇ ਕੰਮ ਆ ਸਕੀ ਪਰਮੇਸ਼ਵਰ ਦੇ ਪਲਾਨ ਦੇ ਵਿੱਚ। And I'm sure that Joseph gave thanks to the Lord that his life was being useful for in God's big plan that he was preparing. ਅੱਜ ਤੁਸੀਂ ਵੀ ਪਰਮੇਸ਼ਵਰ ਦਾ ਧੰਨਵਾਦ ਕਰ ਸਕਦੇ ਹੋ ਕਿਉਂਕਿ ਤੁਸੀਂ ਕ੍ਰਿਸਮਸ ਦਾ ਸੁਨੇਹਾ ਦੂਸਰਿਆਂ ਤੱਕ ਪਹੁੰਚਾ ਰਹੇ ਹੈਗੇ ਹੋ। ਤੁਸੀਂ ਪਰਮੇਸ਼ਵਰ ਦੇ ਵਾਸਤੇ ਗੀਤ ਗਾ ਰਹੇ ਹੈਗੇ ਹੋ, ਤੁਸੀਂ ਉਹਦਾ ਵਚਨ ਪ੍ਰਚਾਰ ਕਰ ਰਹੇ ਹੈਗੇ ਹੋ, ਤੁਸੀਂ ਉਹਦੀ ਸੇਵਾ 'ਚ ਲੱਗੇ ਹੋਏ ਹੋ, ਕੁਝ ਕਰ ਰਹੇ ਹੋ ਰੱਬ ਦੀ ਰੂਹ ਦੀ ਲੀਡਿੰਗ ਤੇ ਗਾਈਡਿੰਗਸ ਦੇ ਵਿੱਚ। ਭਰਾਵੋ, ਤੁਹਾਡੀ ਜ਼ਿੰਦਗੀ ਵੀ ਇੱਕ ਮਕਸਦ ਪ੍ਰਾਪਤ ਕਰ ਚੁੱਕੀ ਹੈ ਕਿਉਂਕਿ ਤੁਸੀਂ ਪਰਮੇਸ਼ਵਰ ਦੇ ਮਕਸਦ ਦੇ ਵਿੱਚ ਇਨਹਰਟ ਕਰ ਦਿੱਤੇ। And you too must be giving thanks to the Lord that your life too during this Christmas now you are sharing the message, sharing the songs, you're serving the Lord, and the Holy Spirit's guidance is helping you to do all those things that you are too part of this Christmas. You should also give thanks to the Lord. ਪਰਮੇਸ਼ਵਰ ਦੀ ਉਸ ਵੱਡੀ ਪਲਾਨ ਦੇ ਵਿੱਚ ਤੁਸੀਂ ਤੇ ਤੁਹਾਡੀ ਲਾਈਫ ਵੀ ਇਨਹੈਰਿਟ ਹੋ ਗਈ। And in God's big plan, you and your life is being part of it. ਹੁਣ ਜੋ ਕੁਝ ਵੀ ਤੁਹਾਡੀ ਜ਼ਿੰਦਗੀ 'ਚ ਵੀ ਹੋਏਗਾ ਉਹ ਪਰਮੇਸ਼ਵਰ ਦੇ ਮੁਤਾਬਿਕ ਹੋਵੇਗਾ। And now whatever will happen in your life as well, it will happen according to God's plan. ਕਿਉਂਕਿ ਤੁਸੀਂ ਆਪਣੀ ਜ਼ਿੰਦਗੀ ਉਸ ਮਕਸਦ ਦੇ ਨਾਲ ਜੋੜ ਲਈ ਜਿਹੜਾ ਡਿਵਾਈਨ ਆ, ਜਿਹੜਾ ਸੁਪਰਨੈਚੁਰਲ ਆ, ਜਿਹੜਾ ਰੱਬੀ ਆ। Because you have connected, put together your life with that purpose, that is a divine purpose, godly purpose. ਲੂਕ 19:10 And we're going to read Luke 19:10. ਹਾਂਜੀ। ਮਨੁੱਖ ਦਾ ਪੁੱਤਰ ਗਵਾਚਿਆਂ ਹੋਇਆਂ ਨੂੰ ਲੱਭਣ ਅਤੇ ਉਹਨਾਂ ਨੂੰ ਬਚਾਉਣ ਆਇਆ ਹੈ। ਮਨੁੱਖ ਦਾ ਪੁੱਤਰ ਗਵਾਚਿਆਂ ਹੋਇਆਂ ਨੂੰ ਲੱਭਣ ਆਇਆ ਤੇ ਉਹਨਾਂ ਨੂੰ ਬਚਾਉਣ ਆਇਆ। ਇਹੀ ਪ੍ਰਭੂ ਤੇ ਬੜਾ ਕ੍ਰਿਸਮਸ ਦਾ ਸੁਨੇਹਾ ਹੈ। For the Son of Man came to seek and to save the lost. Brothers and sisters, this is the message of Christmas. Hallelujah. John 3:16 ਤਾਂ ਆਪਾਂ ਸਾਰਿਆਂ ਨੇ ਸੁਣਿਆ ਤੇ ਜਾਣਦੇ ਹਾਂ। And we all know John 3:16.
ਲੇਕਿਨ ਆਓ ਅੱਜ ਜੌਨ 3:17 ਦੇਖੀਏ ਜਿਹਦੇ ਵਿੱਚ ਰੱਬ ਦਾ ਮਕਸਦ ਉਹਦਾ ਪਰਪਸ ਕਿੰਨਾ ਕਲੀਅਰਲੀ ਬਿਆਨ ਕੀਤਾ ਗਿਆ ਹੈ And we have seen John 3:16, but today we're gonna read John 3:17, and we're gonna see how clearly the God's message or the purpose is in there. ਆਓ ਪੜ੍ਹੀਏ We're going to read John 3:17. It says, "For God did not send his son into the world to condemn the world, but to save the world through him." To save the world through him. ਸਾਰੀ ਦੁਨੀਆ ਨੂੰ ਬਚਾਉਣ ਦੇ ਵਾਸਤੇ ਉਹਦੇ ਥਾਈਂ ਦੀ ਸੋ ਕ੍ਰਿਸਮਸ ਥਾਈਂ ਦੀ ਲੋਕ ਬਚਾਏ ਜਾਂਦੇ And this is through Christmas the people are being saved. Hallelujah. ਪੌਲੁਸ ਨੇ ਪਹਿਲੀ 1 ਟਿਮੋਥੀ ਚੈਪਟਰ 1 ਵਰਸ 15 ਦੇ ਵਿੱਚ ਪੌਲੁਸ ਨੇ ਬਿਲਕੁਲ ਹੀ ਕਲੀਅਰ ਕਰ ਦਿੱਤਾ ਸੀਗਾ ਜਦੋਂ ਟਿਮੋਥੀ ਨੂੰ ਇਹ ਫਸਟ ਲੈਟਰ ਲਿਖੀ ਸੀਗੀ ਉਹਨੇ ਕਿ ਮਕਸਦ ਕੀ ਹੈ ਰੱਬ ਦਾ ਪ੍ਰਭੂ ਯਿਸੂ ਮਸੀਹ ਜੀ ਦੇ ਆਉਣ ਦਾ ਕੀ ਮਕਸਦ ਆ ਉਹਨੂੰ ਕਲੀਅਰ ਕਰ ਦਿੱਤਾ ਸੀ And Timothy had made it very clear that what was the purpose of Lord Jesus' coming. It was very clear for him. 1 Timothy chapter 1 verse 15 ਦੇਖਾਂਗੇ We're going to see 1 Timothy chapter 1 and verse 15 we're going to read. ਆਓ ਦੇਖੀਏ And let's see. ਹਾਂਜੀ. ਇਹਨਾਂ ਸ਼ਬਦਾਂ ਤੇ ਬਿਨਾਂ ਕਿਸੇ ਸ਼ੱਕ ਦੇ ਵਿਸ਼ਵਾਸ ਕੀਤਾ ਜਾ ਸਕਦਾ ਹੈ ਕਿ ਯਿਸੂ ਇਸ ਸੰਸਾਰ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ ਜਿਨ੍ਹਾਂ ਵਿੱਚੋਂ ਸਭ ਤੋਂ ਵੱਡਾ ਪਾਪੀ ਮੈਂ ਹਾਂ Amen. ਬਿਨਾਂ ਕਿਸੇ ਸ਼ੱਕ ਦੇ Without any ਪਰਮੇਸ਼ਰ ਦਾ ਬਹੁਤ doubt. ਵੱਡਾ ਮਕਸਦ ਹੈ ਕਿ ਉਹ ਪਾਪਾਂ ਨੂੰ ਤਬਾਹ ਕਰਨ ਵਾਸਤੇ ਆਇਆ ਖਤਮ ਕਰਨ ਵਾਸਤੇ ਆਇਆ ਲੋਕਾਂ ਨੂੰ ਬਚਾਉਣ ਵਾਸਤੇ Here is a truthworthy saying that deserves full acceptance. Christ Jesus came into the world to save sinners. ਸੋ ਜਦੋਂ ਜੋਸਫ ਨੂੰ ਮਕਸਦ ਦੇ ਬਾਰੇ ਪਤਾ ਚੱਲਿਆ ਮਕਸਦ ਦੇ ਪਤਾ ਚੱਲਣ ਦੇ ਨਾਲ ਹੀ ਜੋਸਫ ਦਾ ਜਿਹੜਾ ਡਰ ਸੀ ਉਹ ਚਲਿਆ ਗਿਆ And at the time when Joseph found out that what was the purpose, right away his fear was gone. ਤੇ ਉਹਨੇ ਮਰੀਮ ਦੇ ਨਾਲ ਸ਼ਾਦੀ ਕੀਤੀ ਤੇ ਗਾਹਾਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੁੰਦਾ ਹੈ And then yes, he got married to Mary, and then Lord Jesus was born. ਉਸੇ ਤਰ੍ਹਾਂ ਜਦੋਂ ਤੁਹਾਡੇ ਉੱਤੇ ਪ੍ਰਭੂ ਕੋਈ ਡਰ ਹੁੰਦਾ ਆ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਪਕੜ ਲੈਂਦੇ ਹੋ ਤੁਹਾਨੂੰ ਮਕਸਦ ਪਤਾ ਚੱਲ ਜਾਂਦਾ ਆਪਣੀ ਕਾਲਿੰਗ ਦਾ ਤੁਹਾਨੂੰ ਕਾਲਿੰਗ ਪਤਾ ਚੱਲ ਜਾਂਦੀ ਹੈ ਪ੍ਰਭੂ ਦੇ ਪੈਰੋਂ ਤਾਂ ਤੁਸੀਂ ਡਰਦੇ ਨਹੀਂਗੇ ਤਾਂ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਮਜ਼ਬੂਤੀ ਦੇ ਨਾਲ ਖੜੇ ਰਹਿੰਦੇ ਹੋ ਤੇ ਡਰ ਭੱਜਦਾ ਆ ਤੁਸੀਂ ਨਹੀਂ And same way, brothers and sisters, once you know your purpose, you find out your calling, at that time you don't get afraid. You stand firm, you stand strong, and you are in Lord Jesus. And with that strength, you go on. ਨਾ ਡਰ ਆਖਿਆ ਸੀਗਾ ਦੂਤ ਨੇ Don't be afraid. That's what the angel said. ਦੂਸਰੇ ਨੰਬਰ ਤੇ Number 2. Luke chapter 1 verse 29 to 37 ਦੇਖਾਂਗੇ And we're going to see Luke chapter 1, verse 29 to 37. ਆਪਾਂ ਦੇਖ ਰਹੇ ਹਾਂ ਕਿ ਤਕਰੀਬਨ 4 ਦਫਾ ਐਂਜਲਸ ਆਏ ਕ੍ਰਿਸਮਸ ਦੇ ਮੌਕੇ ਤੇ ਚਾਰੋਂ ਦਫਾ ਐਂਜਲਸ ਨੇ ਆ ਕੇ ਆਹੀ ਆਖਿਆ ਵੀ ਨਾ ਡਰ ਮਰੀਮ ਨਾ ਡਰ ਜੋਸਫ ਨਾ ਡਰੋ ਚਰਵਾਹੋ ਨਾ ਡਰੋ ਨਾ ਡਰੋ ਨਾ ਡਰੋ ਨਾ ਡਰੋ ਲੇਕਿਨ ਕਾਹਤੋਂ ਨਾ ਡਰੋ ਕਿਉਂਕਿ ਮੁਕਤੀ ਦਾਤਾ ਦਾ ਜਨਮ ਹੋ ਰਿਹਾ ਹੈ And all the times we see that so many times whenever the angel came at that 4 times approximately, and at every time the angel said, don't be afraid, don't be afraid, don't be afraid. Why? Because the Savior is being born. ਸੋ ਜਦੋਂ ਪ੍ਰਭੂ ਯਿਸੂ ਮਸੀਹ ਦਾ ਜਨਮ ਹੋ ਰਿਹਾ ਆ ਜੋਸਫ ਦਾ ਡਰ ਦੂਰ ਕਰਤਾ ਸੀਗਾ ਉਹਨੂੰ ਮਕਸਦ ਦਿਖਾ ਕੇ And when Lord Jesus Christ was being born, then the purpose was shown to Joseph, and that's how his fear was gone. ਲੇਕਿਨ ਆਪਾਂ ਇਸ ਜਗ੍ਹਾ ਦੇ ਵਿੱਚ ਦੇਖਾਂਗੇ ਕਿ ਜਿਹੜਾ ਮਰੀਮ ਦਾ ਡਰ ਸੀਗਾ ਉਹ ਕਿਸ ਤਰ੍ਹਾਂ ਦੂਰ ਹੋਇਆ ਮਰੀਮ ਦਾ ਡਰ ਦੂਰ ਹੋਇਆ ਐਂਜਲ ਨੇ ਜਦੋਂ ਉਹਨੂੰ ਉਹਦਾ ਵਾਅਦਾ ਦਿਖਾਇਆ ਕਿ ਇਸ ਬੱਚੇ ਦੇ ਪਿੱਛੇ ਇਸ ਜਨਮ ਦੇ ਪਿੱਛੇ ਰੱਬ ਦਾ ਵਾਅਦਾ ਪੂਰਾ ਹੋ ਰਿਹਾ ਆ And Mary, now we're going to see how Mary's fear was gone when we read these verses, that the angel told Mary and he showed her that through this baby the promise is going to be fulfilled.
ਜਦੋਂ ਕੋਈ ਕਿਸੇ ਨਾਲ ਵਾਅਦਾ ਕਰਦਾ ਆ, ਮੇਰੇ ਸੇ ਵਾਅਦਾ ਕਰੋ, ਆਪ ਮੇਰੇ ਸੇ ਵਾਅਦਾ ਕਰੋ, ਜੇ ਉਹ ਕਹਿੰਦਾ ਹਾਂ ਮੈਂ ਵਾਅਦਾ ਕਰਦਾ, ਹਾਏ ਤੁਹਾਨੂੰ ਸ਼ਾਂਤੀ ਆ ਜਾਂਦੀ ਹੈ, ਹਾਏ ਮੇਰੇ ਨਾਲ ਵਾਅਦਾ ਕਰਤਾ, ਹੁਣ ਮੈਨੂੰ ਕੁਛ ਨਹੀਂ ਹੋਏਗਾ, ਹੁਣ ਉਹਨੇ ਪੂਰਾ ਕਰਨਾ, ਹੁਣ ਡਰ ਨਹੀਂ ਰਹੇਗਾ। ਰੱਬ ਨੇ ਵਾਅਦਾ ਕੀਤਾ ਮਰੀਮ ਦੇ ਨਾਲ, ਸਾਰੀ ਦੁਨੀਆ ਦੇ ਨਾਲ। And then when somebody promise you something, you're like, no, promise me. And when somebody says, yes, I promise, once you hear that, you kind of get peace in you that, yes, this person promised me now, he will fulfill it. So the God showed the promise to Mary, and that's how she was in peace. ਆਓ ਪੜ੍ਹੀਏ। Let's read Luke chapter 1, verse 29 to 37. ਹਾਂਜੀ। ਜੀ ਹਾਂ। ਮਰੀਅਮ ਇਹ ਸੁਣ ਕੇ ਘਬਰਾ ਗਈ ਅਤੇ ਮਨ ਵਿੱਚ ਸੋਚਣ ਲੱਗੀ, ਇਹ ਕਿਸ ਤਰ੍ਹਾਂ ਦਾ ਪ੍ਰਣਾਮ ਹੈ। ਦੂਤ ਨੇ ਮਰੀਅਮ ਨੂੰ ਕਿਹਾ, ਮਰੀਅਮ ਨਾ ਡਰ, ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ। ਤੂੰ ਗਰਭਵਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ। ਤੂੰ ਉਸ ਦਾ ਨਾਂ ਯਿਸੂ ਰੱਖਣਾ। ਉਹ ਮਹਾਨ ਹੋਵੇਗਾ, ਉਹ ਪਰਮ ਪਰਮੇਸ਼ਰ ਦਾ ਪੁੱਤਰ ਰਖਵਾਵੇਗਾ। ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦੀ ਰਾਜਗੱਦੀ ਉਸ ਨੂੰ ਦੇਵੇਗਾ। ਉਹ ਸਦਾ ਤੀਕ ਯਾਕੂਬ ਦੇ ਟੱਬਰ ਉੱਤੇ ਰਾਜ ਕਰੇਗਾ, ਉਸ ਦੇ ਰਾਜ ਦਾ ਅੰਤ ਨਹੀਂ ਹੋਵੇਗਾ। ਮਰੀਅਮ ਨੇ ਦੂਤ ਨੂੰ ਕਿਹਾ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਮੈਂ ਅਜੇ ਕੁਆਰੀ ਹਾਂ। ਦੂਤ ਨੇ ਉੱਤਰ ਦਿੱਤਾ, ਪਵਿੱਤਰ ਆਤਮਾ ਤੇਰੇ ਉੱਤੇ ਉਤਰੇਗਾ ਅਤੇ ਪਰਮੇਸ਼ਰ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਪਵਿੱਤਰ ਬਾਲਕ ਤੇਰੇ ਤੋਂ ਪੈਦਾ ਹੋਵੇਗਾ, ਪਰਮੇਸ਼ਰ ਦਾ ਪੁੱਤਰ ਰਖਵਾਵੇਗਾ। ਤੇਰੀ ਰਿਸ਼ਤੇਦਾਰ ਐਲਿਸਬਾ ਵੀ ਆਪਣੇ ਬੁਢੇਪੇ ਵਿੱਚ ਗਰਭਵਤੀ ਹੈ। ਇਹ ਉਸ ਦਾ 6ਵਾਂ ਮਹੀਨਾ ਹੈ। ਉਹ ਵੀ ਇੱਕ ਪੁੱਤਰ ਨੂੰ ਜਨਮ ਦੇਵੇਗੀ। ਪਰਮੇਸ਼ਰ ਦੇ ਲਈ ਕੁਝ ਵੀ ਅਸੰਭਵ ਨਹੀਂ ਹੈ। Amen. ਹਾਲੇਲੂਇਆ, ਆਮੇਨ। ਹੁਣ ਅਦਮ ਤੇ ਹਵਾ ਨੂੰ ਜੈਨੇਸਿਸ ਚੈਪਟਰ 3 ਵਰਸ 15 ਦੇ ਵਿੱਚ ਪਰਮੇਸ਼ਰ ਨੇ ਪ੍ਰੋਮਿਸ ਕੀਤਾ ਸੀਗਾ ਵੀ ਔਰਤ ਥਾਈ ਦੀ ਜਿਸ ਬੱਚੇ ਦਾ ਜਨਮ ਹੋਵੇਗਾ ਗਾਂ ਜਾ ਕੇ ਉਹ ਸ਼ੈਤਾਨ ਨੂੰ ਡਿਸਟਰੋਏ ਕਰੇਗਾ। And we know that to Adam and Eve, God had promised in Genesis chapter 3 verse 15 that through a woman a baby will be born. That baby will destroy the devil at one point. ਹੁਣ ਮਰੀਮ ਥਾਈ ਦੀ ਇਹ ਬੱਚਾ ਪੈਦਾ ਹੋ ਰਿਹਾ ਹੈਗਾ ਆ, ਜਿਹੜਾ ਹੁਣ ਜਦੋਂ ਮਰੀਮ ਡਰ ਰਹੀ ਆ, ਕਹਿੰਦਾ ਆ ਐਂਜਲ ਦੂਤ ਕਹਿੰਦਾ ਨਾ ਡਰ ਮਰੀਮ। And now through Mary, that baby that God promised in Genesis, now that baby is being born. And the angel is telling Mary, do not be afraid, because Mary is afraid. ਹੁਣ ਲੇਕਿਨ ਉਹਦਾ ਡਰ ਦੂਰ ਕਰਨ ਵਾਸਤੇ ਉਹ 3 ਵਾਅਦੇ ਦੱਸ ਰਿਹਾ ਹੈਗਾ ਆ ਵੀ ਪਰਮੇਸ਼ਰ ਵਾਅਦੇ ਕਰ ਰਿਹਾ ਹੈ ਤੇਰੇ ਨਾਲ, ਇਹ 3 ਵਾਅਦੇ ਪੂਰੇ ਹੋਣਗੇ। And now because Mary is afraid, the angel is telling her that God is giving you promises that they will be fulfilled. ਪਹਿਲੇ ਨੰਬਰ ਤੇ ਇਹ ਪੁੱਤਰ ਨੂੰ ਜਿਹੜੇ ਤੂੰ ਜਨਮ ਦੇਵੇਂਗੀ, ਇਹ ਪਰਮੇਸ਼ਰ ਦਾ ਪੁੱਤਰ ਕਹਿਲਾਵੇਗਾ ਤੇ ਇਹਦਾ ਨਾਮ ਤੂੰ ਯਿਸੂ ਰੱਖਣਾ, ਜਿਹਦਾ ਮਤਲਬ ਹੈ ਮੁਕਤੀਦਾਤਾ। And now first thing is that the baby that is being born through you is the Son of the Most High, and you have to name him Jesus. ਸੋ ਪਹਿਲੇ ਨੰਬਰ ਤੇ ਇਹਦਾ ਨਾਮ ਯਿਸੂ ਮਸੀਹ ਰੱਖਿਆ ਜਾਵੇਗਾ, ਯਾਨੀ ਕਿ ਸੇਵੀਅਰ ਹੈਗਾ ਆ ਇਹ, ਜਿਹੜਾ ਮੁਕਤੀਦਾਤਾ ਹੈ। ਦੂਸਰੇ ਨੰਬਰ ਤੇ he shall be great and shall be called Son of the Most High। ਇਹਨੂੰ ਇਸ ਤਰ੍ਹਾਂ ਪੁਕਾਰਿਆ ਜਾਵੇਗਾ ਕਿ ਸਰਬ ਸ਼ਕਤੀਮਾਨ ਪਰਮੇਸ਼ਰ ਦਾ ਪੁੱਤਰ ਕਹਿਲਾਇਆ ਜਾਵੇਗਾ। ਦੂਸਰਾ ਵਾਅਦਾ ਕੀਤਾ। And so the first promise actually was that you will conceive and give birth to a son, and you are to call him Jesus, which means Savior. And the number 2 is that he will be great and will be called the Son of the Most High. This is the second promise. ਤੇ ਤੀਸਰਾ ਪ੍ਰੋਮਿਸ ਜਿਹੜਾ ਕੀਤਾ ਵੀ ਦਾਊਦ ਦੀ ਜਿਹੜੀ ਗੱਦੀ ਹੈਗੀ ਆ, ਦਾਊਦ ਰਾਜਾ ਦੀ ਜਿਹੜੀ ਗੱਦੀ ਹੈਗੀ ਆ, ਉਹ ਇਹਨੂੰ ਦਿੱਤੀ ਜਾਵੇਗੀ ਤੇ ਇਸ ਦੇ ਰਾਜ ਦਾ, ਯਾਕੂਬ ਦੇ ਘਰ ਦੇ ਰਾਜ ਦਾ ਕਦੇ ਅੰਤ ਨਹੀਂ ਆਵੇਗਾ। And the third promise is that the Lord will give him the throne of his father David, and he will reign over Jacob's descendants forever. His kingdom will never end. ਸੋ ਇਹਨਾਂ ਤਿੰਨਾਂ ਪ੍ਰੋਮਿਸਿਸ ਦੇ ਨਾਲ ਦੂਤ ਨੇ ਮਰੀਮ ਦੱਸਤਾ ਵੀ ਇਹ ਬੱਚਾ ਉਹੀ ਆ ਜਿਹੜਾ ਜੈਨੇਸਿਸ ਚੈਪਟਰ 3 ਵਰਸ 15 ਦੇ ਵਿੱਚ ਹਵਾ ਨੂੰ ਪ੍ਰੋਮਿਸ ਕੀਤਾ ਗਿਆ ਸੀਗਾ, ਯਾਨੀ ਕਿ ਇਹ ਮਸੀਹ ਆ। And through these 3 promises, the angel made sure that Mary knows that this is that same baby who was mentioned in Genesis chapter 3 verse 15, and then the Mary knows now that this is the Messiah coming. That's the promise is being fulfilled now.
ਸਦੀਆਂ 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 ਤੋਂ ਯਹੂਦੀ ਔਰਤਾਂ ਇੰਤਜ਼ਾਰ ਕਰਦੀਆਂ ਸੀਗੀਆਂ ਤੇ ਦੁਆ ਕਰਦੀਆਂ ਸੀ ਕਿ ਰੱਬ ਚਾਹੇ ਤੇ ਉਹਨਾਂ ਦੀ ਜ਼ਿੰਦਗੀ ਥਾਈਂਦੀ ਉਹਨਾਂ ਦੀ ਕੁੱਖ ਥਾਈਂਦੀ ਮਸੀਹ ਦਾ ਜਨਮ ਹੋਵੇ And for years and years and years, those Jewish women, they were waiting for Messiah and waiting that if God wants, God's will, that baby, that Messiah can be born through us. ਲੇਕਿਨ ਆਇਜ਼ਾਇਆ ਨੇ ਪ੍ਰੋਫੈਸੀ ਕੀਤੀ ਸੀਗੀ ਕਿ ਰੱਬ ਜਿਹੜਾ ਹੈਗਾ ਆ ਉਹ ਬੰਦਾ ਬਣ ਕੇ ਪੈਦਾ ਹੋਵੇਗਾ ਤੇ ਲੋਕਾਂ ਦੇ ਡਰ ਦੂਰ ਕਰੇਗਾ And Isaiah had prophesied that God will be born as a baby, as a man, and he will get rid of people's fear. ਸੋ ਕ੍ਰਿਸਮਸ ਜਿਹੜੀ ਆ ਉਹ ਡਰ ਦੂਰ ਕਰਦੀ ਆ So Christmas, we get rid of our fear through Christmas, in Christmas. ਤਾਂ ਹੀ ਭੈਣੋ ਭਰਾਵੋ ਮੈਂ ਇਨਕਰੇਜ ਕਰਨਾ ਚਾਹਨਾ ਸਾਰਿਆਂ ਨੂੰ ਕਿ ਇਸ ਕ੍ਰਿਸਮਸ ਨੂੰ ਬੜੇ ਧੂਮਧਾਮ ਨਾਲ ਮਨਾਇਆ ਜਾਵੇ ਬੜੇ ਰੱਜ ਧੱਜ ਕੇ ਬਣਾਇਆ ਜਾਵੇ ਸੱਜ ਧੱਜ ਕੇ ਬਣਾਇਆ ਜਾਵੇ ਤੇ ਇਸ ਕ੍ਰਿਸਮਸ ਤੇ ਬੜੀ ਖੁਸ਼ੀ ਕੀਤੀ ਜਾਵੇ ਤੇ ਗੀਤ ਗਾਏ ਜਾਣ ਤੇ ਭੰਗੜੇ ਪਾਏ ਜਾਣ ਤੇ ਨੱਚਿਆ ਜਾਵੇ ਤੇ ਭਰਾਵੋ ਤੇ ਪ੍ਰਭੂ ਦਾ ਨਾਮ ਉੱਚਾ ਕੀਤਾ ਜਾਵੇ And that's why, brothers and sisters, I encourage you all to celebrate this Christmas very joyfully, look beautiful and inside out, and sing songs, sing worship to the Lord, and dance for the Lord. Do everything possible to celebrate this Christmas so mightily. ਆਓ ਦੇਖੀਏ ਪਰਮੇਸ਼ਰ ਦੇ ਬਚਨ ਦੇ ਵਿੱਚ ਆਇਜ਼ਾਇਆ ਚੈਪਟਰ 43 ਵਰਸ 1 ਦੇ ਵਿੱਚ We're going to see Isaiah 43 verse 1. We're going to see what it says in the word of God. ਆਪਾਂ ਦੇਖ ਸਕਦੇ ਹਾਂ ਕਿ ਇੱਥੇ ਆਇਜ਼ਾਇਆ 43 1 ਦੇ ਵਿੱਚ ਪਰਮੇਸ਼ਰ ਨੇ ਪਹਿਲਾ ਹਿੰਟ ਮਾਰਿਆ ਸੀ ਇਨਸਾਨ ਨੂੰ ਆਇਜ਼ਾਇਆ ਨੂੰ ਪਹਿਲਾ ਹਿੰਟ ਮਾਰਿਆ ਸੀ ਕਿ ਰੱਬ ਜਿਹੜਾ ਆ ਉਹ ਬੰਦਾ ਬਣ ਕੇ ਆਵੇਗਾ ਇਸ ਦੁਨੀਆ ਦੇ ਵਿੱਚ And that's in Isaiah got this first hint there in Isaiah 43:1 that God will become a human on this earth. ਕਿ ਪਰਮੇਸ਼ਰ ਹਿਊਮਨ ਹਿਸਟਰੀ ਦੇ ਵਿੱਚ ਐਂਟਰ ਕਰਨ ਜਾ ਰਿਹਾ ਆ ਆਪਣੇ ਲੋਕਾਂ ਨੂੰ ਰਿਡੀਮ ਕਰਨ ਦੇ ਵਾਸਤੇ That the God himself is about to enter in the human history to redeem his people. ਕ੍ਰਿਸਮਸ ਕਹਿੰਦੇ ਨੇ That is Christmas, brothers and sisters. ਆਇਜ਼ਾਇਆ 43 1 ਹਾਂਜੀ Isaiah 43:1. ਹਾਂਜੀ. ਹੇ ਇਜ਼ਰਾਈਲ ਤੇਰਾ ਰਚਨਹਾਰਾ ਪ੍ਰਭੂ ਇਸ ਤਰ੍ਹਾਂ ਕਹਿੰਦਾ ਹੈ ਤੂੰ ਡਰ ਨਾ ਮੈਂ ਤੇਰਾ ਬਚਾਅ ਕਰਾਂਗਾ ਮੈਂ ਤੇਰਾ ਨਾਂ ਲੈ ਕੇ ਸੱਦਿਆ ਹੈ ਕਿਉਂਕਿ ਤੂੰ ਮੇਰਾ ਹੈ Amen. Hallelujah. ਤੂੰ ਡਰਨਾ ਮੈਂ ਤੇਰਾ ਬਚਾਅ ਕਰਾਂਗਾ Do not be afraid, for I have redeemed you. ਦੇਖਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚ 2 ਕੋਰਿੰਥੀਅਨ ਚੈਪਟਰ 1 ਵਰਸ 20 We're going to see in 2 Corinthians chapter 1 verse 20 as well. ਪ੍ਰਭੂ ਯਿਸੂ ਮਸੀਹ ਦੇ ਵਿੱਚ ਸਾਰੇ ਵਾਅਦੇ ਪੁਰਾਣੇ ਨਿਯਮ ਦੇ ਪੂਰੇ ਹੁੰਦੇ ਨੇ ਉਹਦੇ ਜਨਮ ਦੇ ਵਿੱਚ ਉਹਦੇ ਕ੍ਰਿਸਮਸ ਦੇ ਟਾਈਮ ਤੇ ਆਉਣ ਦੇ ਨਾਲ ਵਾਅਦੇ ਜਿਹੜੇ ਨੇ ਪੂਰੇ ਹੁੰਦੇ ਨੇ And with the Lord Jesus is coming on this earth, a lot of promises, all those promises are being fulfilled when Lord Jesus came on this earth. ਜੀ ਹਾਂ 2 Corinthians chapter 1 verse 20. ਹਾਂਜੀ. ਕਿਉਂਕਿ ਉਹੀ ਪਰਮੇਸ਼ਰ ਦੀਆਂ ਸਭ ਪ੍ਰਤਿਗਿਆਵਾਂ ਦਾ ਸਾਡੇ ਲਈ ਹਾਂ ਹੈ ਉਸੇ ਦੇ ਰਾਹੀਂ ਪਰਮੇਸ਼ਰ ਦੀ ਮਹਿਮਾ ਵੱਲੋਂ ਅਸੀਂ ਆਮੀਨ ਕਹਿੰਦੇ ਹਾਂ ਹੁਣ ਆਪਾਂ ਪੜਾਂਗੇ 2 ਪੀਟਰ ਚੈਪਟਰ 1 ਵਰਸ 4 We will also read 2 Peter chapter 1 verse 4. ਪ੍ਰਭੂ ਦੇ ਬਨੋ ਕ੍ਰਿਸਮਸ ਤੇ ਕਿੰਨੇ ਸੌ ਹਜ਼ਾਰਾਂ ਸ਼ਾਇਦ ਵਾਅਦੇ ਪ੍ਰੋਫੈਸੀਜ਼ ਪੂਰੀਆਂ ਹੋਈਆਂ ਨੇ And on Christmas, brothers and sisters, so many prophecies, promises been fulfilled. ਆਓ ਦੇਖੀਏ 2 ਪੀਟਰ ਚੈਪਟਰ 1 ਵਰਸ 4 Let's read 2 Peter chapter 1 verse 4. ਹਾਂਜੀ. ਇਸੇ ਦੇ ਆਧਾਰ ਤੇ ਉਸਨੇ ਸਾਨੂੰ ਉੱਤਮ ਅਤੇ ਕੀਮਤੀ ਪ੍ਰਤਿਗਿਆਵਾਂ ਦਿੱਤੀਆਂ ਹਨ ਜਿਨ੍ਹਾਂ ਦੁਆਰਾ ਤੁਸੀਂ ਸੰਸਾਰ ਵਿਚਲੀਆਂ ਨਾਸ਼ਕ ਲਾਲਸਾਵਾਂ ਤੋਂ ਬਚ ਸਕਦੇ ਹੋ ਅਤੇ ਉਸ ਦੇ ਦੈਵੀ ਸੁਭਾਅ ਦੇ ਭਾਗੀ ਬਣ ਸਕਦੇ ਹੋ ਇਸ ਦੇ ਆਧਾਰ ਤੇ ਪ੍ਰਭੂ ਯਿਸੂ ਮਸੀਹ ਦੇ ਆਧਾਰ ਤੇ ਉਹਦੇ ਸ਼ਬਦ ਦੇ ਆਧਾਰ ਤੇ ਸਾਰੇ ਪ੍ਰੋਮਿਸਸ ਤੁਹਾਡੀ ਜ਼ਿੰਦਗੀ 'ਚ ਪੂਰੇ ਹੁੰਦੇ ਨੇ ਤਾਂ ਕਿ ਤੁਸੀਂ ਪਰਮੇਸ਼ਵਰ ਦਾ ਉਹਦੀ ਨੇਚਰ ਪਰਮੇਸ਼ਵਰ ਦੀ ਨੂੰ ਪ੍ਰਾਪਤ ਕਰ ਸਕੋ And through his word, all these promises are fulfilled in your life so you can receive his nature, God's nature. ਆਹ ਇੱਕ ਵਰਸ ਹੋਰ ਦੇਖੀਏ We're going to see one more verse.
1 John chapter 2 verse 25. 1 John 2:25. जी, बड़ा जबरदस्त वचन है, बड़े ध्यान ਦੇ ਨਾਲ ਸੁਣੀਏ। And let's read 1 John 2:25. ਹਾਂਜੀ। ਇਹ ਅਨੰਤ ਜੀਵਨ ਦੀ ਪ੍ਰਤਿੱਗਿਆ ਹੈ ਜੋ ਮਸੀਹ ਨੇ ਸਾਡੇ ਨਾਲ ਆਪ ਕੀਤੀ ਸੀ। Hallelujah. ਜਾਨੀ ਕਿ ਜਦੋਂ ਮਸੀਹ ਆਏ ਉਦੋਂ ਇਹ ਅਨੰਤ ਜੀਵਨ ਦੀ ਪ੍ਰਤਿੱਗਿਆ ਯਾਨੀ ਕਿ ਪ੍ਰੋਮਿਸ ਆਫ ਇਟਰਨਲ ਲਾਈਫ ਐਸਾ ਵਾਦਾ ਐਸਾ ਪ੍ਰੋਮਿਸ ਕੀਤਾ ਮੈਂ ਤੈਨੂੰ ਹਮੇਸ਼ਾ ਦੀ ਜੀਵਨ ਦੇਵਾਂਗਾ ਹਮੇਸ਼ਾ ਦਾ ਤੈਨੂੰ। And this is the promise when Lord Jesus came through Christmas. The word says, and this is what he promised to us, eternal life. He gave us the promise of eternal life. ਤੇ ਜਿਹੜੇ ਚਰਵਾਹੇ ਉੱਥੇ ਚਰਵਾ ਰਹੇ ਸੀ ਭੇਡਾਂ ਉਹਨਾਂ ਨੇ ਮੂਹਰੇ ਜਦੋਂ ਦੂਤ ਆਏ ਉਦੋਂ ਉਹ ਵੀ ਡਰ ਗਏ। And when those shepherds were over there in the fields and they saw the angels and they were afraid too. ਲੇਕਿਨ ਉਹਨਾਂ ਨੂੰ ਦੂਤਾਂ ਨੇ ਦੱਸਿਆ ਕਿ ਇਸ ਬੱਚੇ ਦੇ ਜਨਮ ਤੋਂ ਤੁਹਾਨੂੰ ਪਰਮੇਸ਼ਰ ਦੀ ਹਜ਼ੂਰੀ ਨਜ਼ਰ ਆਵੇਗੀ। And the angels ਉਸ ਹਜ਼ੂਰੀ ਥਾਈਂ ਦੀ ਤੁਹਾਡੇ ਡਰ ਦੂਰ And ਜਾਵੇਗਾ। the angels told the shepherds that through this baby you will see the presence of God and through that presence of God your fear will flee. ਜੋਸਫ ਨੂੰ ਉਹਦਾ ਡਰ ਦੂਰ ਕੀਤਾ ਮਕਸਦ ਦਿਖਾ ਕੇ ਰੱਬ ਦਾ, ਮਰੀਮ ਦਾ ਡਰ ਦੂਰ ਕੀਤਾ ਵਾਦਾ ਦਿਖਾ ਕੇ, ਇਹ ਚਰਵਾਹਾਂ ਦਾ ਡਰ ਦੂਰ ਕੀਤਾ ਹਜ਼ੂਰੀ ਦਿਖਾ ਕੇ। And Joseph's fear was gone through God's purpose being shown, and Mary's fear was gone when angels showed him the promises, and shepherds' fear was gone when they saw the presence of the Lord. ਸੋ ਕ੍ਰਿਸਮਸ ਦੇ ਪਿੱਛੇ ਪ੍ਰਭੂ ਯਿਸੂ ਦੇ ਜਨਮ ਥਾਈਂ ਦੀ ਰੱਬ ਦਾ ਮਕਸਦ ਆਂਦਾ ਮੂਰੇ। ਕ੍ਰਿਸਮਸ ਦੇ ਨਾਲ ਪ੍ਰਭੂ ਯਿਸੂ ਦੇ ਜਨਮ ਥਾਈਂ ਦੀ ਉਹਦੇ ਵਾਅਦੇ ਮੂਰੇ ਆਉਂਦੇ ਨੇ, ਉਹਦੇ ਜਨਮ ਥਾਈਂ ਦੀ ਉਹਦੀ ਹਜ਼ੂਰੀ ਮੂਰੇ ਆਉਂਦੀ ਹੈ। ਜਾਨੀ ਕਿ ਮਕਸਦ ਰੱਬ ਦੇ ਵਾਅਦੇ ਤੇ ਰੱਬ ਦੀ ਹਜ਼ੂਰੀ ਤਿੰਨੋਂ ਚੀਜ਼ਾਂ ਆਪਣੀਆਂ ਜ਼ਿੰਦਗੀਆਂ ਵਿੱਚ ਸਮਾ ਜਾਂਦੀਆਂ ਨੇ ਜਦੋਂ ਆਪਾਂ ਕ੍ਰਿਸਮਸ ਮਨਾਉਂਦੇ ਹਾਂ। And through Christmas, through his birth, through the birth of Lord Jesus Christ, we see the purpose, we see the promises, and we see the presence of the Lord. That means when we are celebrating the Christmas, all these three things come on our life: the presence, the purpose, and the promises. ਆਓ ਦੇਖੀਏ ਪਰਮੇਸ਼ਰ ਦਾ We're ਵਚਨ going to see that in the Word of God. Luke chapter 2 verse 9 to 14. Luke 2:9-14. ਹਾਂਜੀ, We're going to see book of Luke, chapter 2, verse 9-14. ਹਾਂਜੀ। ਅਚਨਚੇਤ ਪ੍ਰਭੂ ਪਰਮੇਸ਼ਰ ਦਾ ਇੱਕ ਦੂਤ ਉਹਨਾਂ ਦੇ ਕੋਲ ਆ ਕੇ ਖਲੋ ਗਿਆ। ਇਸ ਦੇ ਨਾਲ ਹੀ ਪ੍ਰਭੂ ਦਾ ਤੇਜ ਉਹਨਾਂ ਦੇ ਚਾਰੇ ਪਾਸੇ ਚਮਕਿਆ। ਚਰਵਾਹੇ ਬਹੁਤ ਡਰ ਗਏ, ਪਰ ਦੂਤ ਨੇ ਉਹਨਾਂ ਨੂੰ ਕਿਹਾ, ਡਰੋ ਨਹੀਂ, ਮੈਂ ਤੁਹਾਡੇ ਲਈ ਇੱਕ ਸ਼ੁਭ ਸਮਾਚਾਰ ਲਿਆਇਆ ਹਾਂ ਜਿਸ ਨੂੰ ਸੁਣ ਕੇ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ। ਇਹ ਸਾਰਿਆਂ ਲੋਕਾਂ ਦੇ ਲਈ ਹੈ। ਅੱਜ ਦਾਊਦ ਦੇ ਨਗਰ ਬੈਤਲਹਮ ਵਿੱਚ ਤੁਹਾਡੇ ਲਈ ਇੱਕ ਮੁਕਤੀਦਾਤੇ ਨੇ ਜਨਮ ਲਿਆ ਹੈ। ਇਹ ਪ੍ਰਭੂ ਮਸੀਹ ਹੈ। ਉਸ ਦੀ ਪਛਾਣ ਤੁਹਾਡੇ ਲਈ ਇਹ ਹੈ ਕਿ ਤੁਸੀਂ ਇੱਕ ਨਵ ਜਨਮੇ ਬਾਲਕ ਨੂੰ ਕੱਪੜੇ ਵਿੱਚ ਵਲੇਟਿਆ ਖੁਰਲੀ ਵਿੱਚ ਪਿਆ ਦੇਖੋਗੇ। ਵਾਓ। Amen. ਜਦੋਂ ਪਰਮੇਸ਼ਰ ਦਾ ਜਲਾਲ ਉਹਨਾਂ ਚਰਵਾਹਿਆਂ ਦੇ ਚਾਰੋਂ ਪਾਸੇ ਪ੍ਰਗਟ ਹੋਇਆ, When the presence, the glory of God was all around those shepherds, ਉਹ ਡਰ ਗਏ ਡਰ ਗਏ ਡਰ ਗਏ ਡਰ they ਗਏ। were very afraid. ਉਹਨਾਂ ਨੇ ਸੋਚਿਆ ਕਿ ਤੇ ਕਿਆਮਤ ਦਾ ਦਿਨ ਆ ਗਿਆ, They probably thought that this is the end days. ਜਜਮੈਂਟ ਦਾ ਟਾਈਮ ਆ ਗਿਆ। ਉਹਨਾਂ ਨੇ ਸੋਚਿਆ ਕਿਤੇ They thought it was the day of judgment. ਡਰ ਗਏ, ਉਹ ਡਰ ਗਏ। They were very afraid. ਲੇਕਿਨ ਦੂਤਿਆਂ ਨੇ ਆਖਿਆ ਅਸੀਂ ਗੁੱਡ ਨਿਊਜ਼ ਲੈ ਕੇ ਆਏ ਹਾਂ। And the angel says, don't be afraid. We have brought good news. ਪਰਮੇਸ਼ਰ ਦੀ ਹਜ਼ੂਰੀ ਇੱਕ ਬਾਲਕ ਵਿੱਚ ਪੈਦਾ ਹੋਈ ਹੈ And the presence ਜਿਹੜਾ of ਕੱਪੜਿਆਂ ਦੇ ਵਿੱਚ ਲਪੇਟਿਆ ਹੋਇਆ ਹੈ। And the presence of the Lord is being born as a little baby that is wrapped in the manger. ਇਹ ਪ੍ਰੋਫੈਸੀ ਕੀਤੀ ਹੋਈ ਸੀ ਪੁਰਾਣੇ ਨਿਯਮ ਦੇ ਵਿੱਚ, ਪ੍ਰੋਫੈਟਿਕਲੀ ਆਇਜ਼ਾਇਆ ਨੇ ਆਲਰੇਡੀ ਦੱਸਿਆ ਹੋਇਆ ਸੀਗਾ। And this was a prophecy that Isaiah did in the Old Testament already. ਆਓ ਹੁਣ ਆਪਾਂ ਆਇਜ਼ਾਇਆ 41:10 ਦੇਖੀਏ।
And we're going to now read Isaiah 41:10. ਇਹਦੇ ਵਿੱਚ ਦੇਖਾਂਗੇ ਆਪਾਂ। And we're going to see there. ਲੇਕਿਨ ਯਾਦ ਰੱਖੋ ਕਿ ਜਦੋਂ ਐਂਜਲ ਨੇ ਜੋਸਫ ਨੂੰ, ਸੰਤ ਮਤੀ ਦੇ ਵਿੱਚ ਲਿਖਿਆ ਹੈ ਕਿ ਐਂਜਲ ਨੇ ਜਦੋਂ ਜੋਸਫ ਦੇ ਨਾਲ ਗੱਲਬਾਤ ਕੀਤੀ, ਉਹਨੂੰ ਦੱਸਿਆ ਸੀਗਾ ਆ ਕੇ ਕਿ ਜਿਹੜਾ ਇਹ ਬੱਚਾ ਜਨਮ ਲਵੇਗਾ ਇਹਦਾ ਨਾਮ ਇਮੈਨੂਅਲ ਰੱਖਣਾ ਹੈ, ਜਿਹੜਾ ਮਤਲਬ ਰੱਬ ਸਾਡੇ ਨਾਲ। And we know that angel told Joseph that when this baby is born, you have to name him Emmanuel, which means God with us. ਹੁਣ God with us ਮਤਲਬ ਰੱਬ ਦੀ ਹਜ਼ੂਰੀ ਸਾਡੇ ਨਾਲ। That means the presence of God with us through Christmas. ਆਓ ਦੇਖੀਏ ਆਇਜ਼ਾਇਆ 41:10। Let's read Isaiah 41:10. ਹਾਂਜੀ। ਤੂੰ ਡਰ ਨਾ, ਮੈਂ ਤੇਰੇ ਨਾਲ ਹਾਂ, ਮੈਂ ਤੇਰਾ ਪਰਮੇਸ਼ਰ ਹਾਂ, ਸੋ ਤੂੰ ਕਿਸੇ ਚੀਜ਼ ਤੋਂ ਨਾ ਡਰ। ਮੈਂ ਤੈਨੂੰ ਸ਼ਕਤੀ ਦੇਵਾਂਗਾ ਅਤੇ ਤੇਰੀ ਮਦਦ ਕਰਾਂਗਾ, ਮੈਂ ਆਪਣੇ ਬਲੀ ਹੱਥ ਨਾਲ ਤੇਰਾ ਬਚਾਅ ਕਰਾਂਗਾ। ਇਹ ਸਾਰਾ ਵਰਸ ਜਿਹੜਾ ਆ ਇੱਕ ਵਰਡ ਦੇ ਵਿੱਚ ਕਲੀਅਰ ਹੋ ਜਾਂਦਾ ਆ, ਇਮੈਨੂਅਲ ਦੇ ਨਾਲ। And this whole verse, if we really pay attention, it's talking about just one word, which is Emmanuel. ਰੱਬ ਸਾਡੇ ਨਾਲ। ਜਦੋਂ ਰੱਬ ਸਾਡੇ ਨਾਲ ਆ ਗਿਆ, ਮੈਂ ਤੇਰੇ ਨਾਲ ਆ। ਜਦੋਂ ਰੱਬ ਸਾਡੇ ਨਾਲ ਆ ਗਿਆ, ਤੇਰਾ ਡਰ ਚੱਕਿਆ ਗਿਆ। And when God is with us, he says, I am with you, do not be afraid. When God is with us, our fear is gone. ਜਦੋਂ ਤੁਹਾਡੀ ਜ਼ਿੰਦਗੀ ਰੱਬ ਦੀ ਹਜ਼ੂਰੀ ਦੇ ਨਾਲ ਭਰ ਜਾਂਦੀ ਆ, ਤੁਸੀਂ ਰੱਬ ਦੀ ਹਜ਼ੂਰੀ ਨੂੰ ਮਹਿਸੂਸ ਕਰਦੇ ਹੋ, ਤੁਸੀਂ ਰੂਹ ਦੇ ਵਿੱਚ ਪ੍ਰੇਅਰ ਕਰ ਰਹੇ ਹੈਗੇ ਹੋ, ਲਗਾਤਾਰ ਰੂਹ ਦੇ ਵਿੱਚ ਪ੍ਰੇਅਰ ਕਰ ਰਹੇ ਹੋ। ਜਿੰਨੀ ਜ਼ਿਆਦਾ ਤੁਸੀਂ ਰੱਬ ਦੀ ਹਜ਼ੂਰੀ ਵਿੱਚ ਵਧੋਗੇ, ਉਨਾ ਹੀ ਜ਼ਿਆਦਾ ਡਰ ਤੁਹਾਡੀ ਜ਼ਿੰਦਗੀ ਤੋਂ ਭੱਜੇਗਾ। And once you are praying with the Lord, you're praying in him and you're praying in the Spirit, more and more you are spending time in his presence, the fear will leave you. ਰੱਬ ਦੀ ਹਜ਼ੂਰੀ ਵਿੱਚ ਵਧੀਏ ਭਰਾਵੋ ਤੇ ਭੈਣੋ। Let's grow in the presence of the Lord, brothers and sisters. Luke chapter 23 verse 43 ਚ ਦੇਖਾਂਗੇ। We're going to see in the book of Luke 23:43. ਉਹ ਵਿਸ਼ਵਾਸੀ ਜਿਹੜਾ ਸਲੀਬ ਤੇ ਮਰ ਰਿਹਾ ਸੀ ਤੇ ਮਰਦੇ ਮਰਦੇ ਉਹਨੇ ਡਰਦੇ ਡਰਦੇ ਪ੍ਰਭੂ ਯਿਸੂ ਨੂੰ ਆਖਿਆ ਸੀ ਕਿ ਪ੍ਰਭੂ ਜੀ ਜਦੋਂ ਤੁਸੀਂ ਆਪਣੇ ਰਾਜ ਵਿੱਚ ਹੋਵੋ ਤੇ ਮੈਨੂੰ ਯਾਦ ਰੱਖਣਾ। And that one person who was dying, he was just counting his last breath, and at the time he said to Lord Jesus, when you come in your glory, please remember me. ਪ੍ਰਭੂ ਨੇ ਮੁੜ ਕੇ ਉਹਨੂੰ ਆਖਿਆ ਸੀਗਾ, ਮੈਂ ਤੈਨੂੰ ਸੱਚ ਸੱਚ ਦੱਸਦਾ ਹਾਂ ਕਿ ਅੱਜ ਹੀ ਤੂੰ ਮੇਰੇ ਨਾਲ ਫਿਰਦੌਸ ਵਿੱਚ ਹੋਵੇਂਗਾ, ਪੈਰਾਡਾਈਸ ਵਿੱਚ ਹੋਵੇਂਗਾ। And then the Lord Jesus told him right away, do not be afraid, and I'm telling you, today you will be with me in paradise. ਤੇ I'm sure ਕਿ ਉਹਦਾ ਇੱਕਦਮ ਡਰ ਚੁੱਕਿਆ ਗਿਆ ਸੀਗਾ। And I'm pretty sure at that same second his fear was gone. ਆਓ ਪੜ੍ਹੀਏ। Let's read Luke 23:43। Luke 23:43. ਹਾਂਜੀ। ਯਿਸੂ ਨੇ ਉਸ ਨੂੰ ਕਿਹਾ, ਮੈਂ ਸੱਚ ਕਹਿੰਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ। Amen. Hallelujah. ਪ੍ਰਭੂ ਦੇ ਭੈਣੋ, ਇਸ ਸਿਚੁਏਸ਼ਨ ਦੇ ਵਿੱਚ, ਇਹਨਾਂ ਦਿਨਾਂ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਆ, ਪ੍ਰਭੂ ਦੇ ਭੈਣੋ ਕੁਝ ਵੀ ਹੋ ਸਕਦਾ ਆ, ਕੁਝ ਵੀ ਹੋ ਸਕਦਾ ਆ। ਤਾਂ ਹੀ ਜ਼ਰੂਰੀ ਆ ਕਿ ਆਪਾਂ ਦਿਲ ਖੋਲ ਕੇ ਇਸ ਕ੍ਰਿਸਮਸ ਦੇ ਇਮੈਨੂਅਲ ਯਿਸੂ ਨੂੰ ਆਪਣੇ ਦਿਲ ਵਿੱਚ ਸੱਦ ਲਈਏ, ਤਾਂ ਕਿ ਆਪਣੇ ਦਿਲ ਦੇ ਵਿੱਚ ਪਰਮੇਸ਼ਰ ਦਾ ਮਕਸਦ ਉਤਰਿਆ ਆਵੇ, ਉਹਦਾ ਵਾਅਦਾ ਉਤਰਿਆ ਆਵੇ, ਉਹਦੀ ਹਜ਼ੂਰੀ ਉਤਰਿਆ ਆਵੇ, ਤਾਂ ਕਿ ਆਪਾਂ ਰੂਹਾਨੀ ਤੌਰ ਤੇ ਬਚਾਏ ਜਾਈਏ। And brothers and sisters, that's why I'm telling you, let's celebrate Christmas. And this Christmas, anything can happen. Anything can happen in our lives. That's why how important it is that we invite Emmanuel in our hearts, so that God's presence, God's purpose, and God's promise will come into us. ਇਨਸਾਨ ਬੜੇ ਫੇਮਸ ਨੇ, People are very famous ਵਾਅਦੇ ਤੋੜਨ ਦੇ ਵਾਸਤੇ। in breaking promises. ਕਈ ਵਾਰ ਆਪਣੇ ਗਾਇਕਾਂ ਨੇ ਵੀ ਇਹ ਗੀਤ ਗਾਏ ਨੇ ਕਿ ਜੋ ਵਾਅਦਾ ਕੀਆ ਹੈ ਉਹ ਨਿਭਾਣਾ ਪੜੇਗਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਨਿਭਾਉਂਦੇ ਨਹੀਂ ਕਿ ਤੋੜ ਦਿੰਦੇ ਨੇ। And as the older times we've heard songs that the promise that you have made, you have to fulfill it. Why? Because they know that they break the promises. ਲੇਕਿਨ ਪਰਮੇਸ਼ਰ ਕੋਈ ਇਨਸਾਨ ਨਹੀਂਗਾ। ਉਹਨੇ ਜਿਹੜਾ ਵਾਅਦਾ ਹਵਾ ਨੂੰ ਕੀਤਾ ਸੀਗਾ ਜੈਨੇਸਿਸ 3:15 ਦੇ ਵਿੱਚ, ਉਹ ਵਾਅਦਾ ਕ੍ਰਿਸਮਸ ਤੇ ਪੂਰਾ ਕਰ ਦਿੱਤਾ ਤੇ ਇਸ ਦੁਨੀਆ ਨੂੰ ਇੱਕ ਮੁਕਤੀ ਦਾਤਾ ਦਾਨ ਦੇ ਵਿੱਚ ਦੇ ਦਿੱਤਾ, ਤਾਂ ਕਿ ਜਿਹੜਾ ਕੋਈ ਵੀ ਉਹਦੇ 'ਚ ਵਿਸ਼ਵਾਸ ਕਰੇ ਉਹ ਨਾਸ਼ ਨਾ ਹੋਵੇ, ਬਲਕਿ ਹਮੇਸ਼ਾ ਦੀ
ਜ਼ਿੰਦਗੀ ਨੂੰ ਪ੍ਰਾਪਤ ਕਰੇ ਇਹੀ ਕ੍ਰਿਸਮਸ ਆ ਪ੍ਰਭੂ ਭੈਣੋ And that's why God is God, not a human being. The promise that he makes, he fulfills it. That's why in Genesis 3:15, the promise that he made, and that promise is fulfilled in Christmas time when God has given us the Savior to this world as a gift. So whoever will believe in him will not perish, will have eternal life. ਚੜਿਆ ਲੋਕੋ ਯਿਸੂ ਸੱਚ ਦਾ ਚੰਦਰਮਾ Amen. That God, who is the moon of the light of truth, is here with us. ਚੰਦਰਮਾ ਰਾਤ ਨੂੰ ਚਮਕਦਾ ਆ ਤੇ ਪ੍ਰਭੂ ਯਿਸੂ ਮਸੀਹ ਜੀ ਵੀ ਪ੍ਰਭੂ ਤੇ ਭੈਣੋ ਉਸ ਰਾਤ ਨੂੰ ਚਮਕਦੇ ਨੇ ਜਿਹੜੀ ਘਣੀ ਰਾਤ ਹੁੰਦੀ ਆ ਜਿਹਦੇ ਵਿੱਚ ਡਰ ਤੁਹਾਨੂੰ ਖਾਣਾ ਚਾਹੁੰਦਾ ਆ ਤੁਹਾਨੂੰ ਡਿਸਟਰੋਏ ਕਰਨਾ ਚਾਹੁੰਦਾ ਆ ਲੇਕਿਨ ਜੇ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਉਹਦੇ ਚਾਨਣ ਨੂੰ ਆਪਣੀ ਜ਼ਿੰਦਗੀ 'ਚ ਬਣਾਈ ਰੱਖੋ ਡਰ ਤੋਂ ਦੂਰ ਰਹੇਗਾ ਪ੍ਰਭੂ ਤੇ ਭੈਣੋ And at the most darkest time of your life, of your day, when you are afraid, at that time, if you get hold of Lord Jesus and keep on holding him, that fear will not disturb you. You will be in light. ਨਾ ਡਰ Don't be afraid. ਮੈਂ ਤੇਰੇ ਨਾਲ I am with you. ਪ੍ਰਭੂ ਯਿਸੂ ਮਸੀਹ ਜੀ ਦੇ ਬੋਲ ਰਹੇ ਹਨ This is what Lord Jesus says to you. ਦੁਨੀਆ ਦੇ ਅੰਤ ਤੱਕ ਮੈਂ ਤੇਰੇ ਨਾਲ ਹਾਂ Till the end of this world, I will be with you, he says. ਪ੍ਰਭੂ ਯਿਸੂ ਮਸੀਹ ਜੀ ਨੇ ਆਖਿਆ ਜਿੱਥੇ ਦੋ ਜਾਂ ਤਿੰਨ ਜਾਣੇ ਮੇਰੇ ਨਾਮ ਦੇ ਵਿੱਚ ਇਕੱਤਰਿਤ ਹੁੰਦੇ ਨੇ ਮੈਂ ਉੱਥੇ ਮੌਜੂਦ ਹੁੰਦਾ ਹਾਂ Lord Jesus said, where 2 or 3 are gathered in my name, there I am. ਆਓ ਬੜੀ ਨਿਚਾ ਨਾਲ ਬੜੇ ਵਿਸ਼ਵਾਸ ਨਾਲ ਬੜੇ ਧੂਮ-ਧਾਮ ਦੇ ਨਾਲ ਇਹ ਕ੍ਰਿਸਮਸ ਮਨਾਈਏ Let's, with faith, with love, with joy, let's celebrate this Christmas. ਮੈਰੀ ਕ੍ਰਿਸਮਸ Merry Christmas to all of you. Hallelujah.